ਵਾਹਿਗੁਰੂ ਜੀ। ਰਾਗ ਗੋਜਰੀ ਵਾਰ ਮਹੱਲਾ ਪੰਜਵਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼ਲੋਕ ਮਹੱਲਾ ਪੰਜਵਾ। ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ। ਨੇਤਰੀ ਸਤਿਗੁਰ ਪੇਖਣਾ ਸ਼ਰਵਣੀ ਸੁਨਣਾ ਗੁਰ ਨਾਉ। ਸਤਿਗੁਰ ਸੇਤੀ ਰਤਿਆ ਦਰਗਹਿ ਪਾਈਆ ਠਾਉ। ਕਹੋ ਨਾਨਕ ਕਿਰਪਾ ਕਰੇ ਜਿਸਨੋ ਇਹ ਵਥ ਦੇ। ਜਗ ਮਹਿ ਉਤਮ ਕਾਢੀਆ ਹੈ ਵਿਰਲੇ ਕੇਈ ਕੇ। ਮਹੱਲਾ ਪੰਜਵਾ। ਰੱਖੇ ਰੱਖਣਹਾਰ ਆਪ ਉਬਾਰਿਆਨ ਗੁਰ ਕੀ ਪੈਰੀ ਪਾਏ। ਕਾਜ ਸਵਾਰਿਆਨ ਹੋਆ ਆਪ ਦਇਆਲ ਮਨਹੁ ਨਾ ਵਿਸਾਰਿਆਨ। ਸਾਧ ਜਨਾ ਕੈ ਸੰਗ ਭਵ ਜਲ ਤਾਰਿਆਨ। ਸਾਕਤ ਨਿੰਦਕ ਦੁਸ਼ਟ ਖਿਨ ਮਾਹਿ ਬਿਦਾਰਿਆਨ। ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹਿ। ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ। ਪੌੜੀ। ਅਕੋਲ ਨਿਰੰਜਨ ਪੁਰਖ ਅਗਮ ਅਪਾਰੀਐ। ਸੱਚੋ ਸੱਚਾ ਸੱਚ ਸੱਚ ਨਿਹਾਰੀਐ। ਕੂੜ ਨ ਜਾਪੈ ਕਿਛ ਤੇਰੀ ਧਾਰੀਐ। ਸਭ ਸਹਿ ਦੇ ਦਾਤਾਰ ਜੇਤ ਉਪਾਰੀਐ। ਇਕਤ ਸੂਤ ਪਰੋਏ ਜੋਤ ਸੰਜਾਰੀਐ। ਹੁਕਮੇ ਭਵ ਜਲ ਮੰਝ ਹੁਕਮੇ ਤਾਰੀਐ। ਪ੍ਰਭ ਜੀਉ ਤੁਧ ਧਿਆਏ ਸੋਏ ਜਿਸ ਭਾਗ ਮਥਾਰੀਐ। ਤੇਰੀ ਗਾਤ ਮਿਤ ਲਖੀ ਨਾ ਜਾਏ ਹਉ ਤੁਧ ਬਲਿਹਾਰੀਐ। ਸ਼ਲੋਕ ਮਹੱਲਾ ਪੰਜਵਾ। ਜਾ ਤੂੰ ਤੁਸਹਿ ਮਿਹਰਬਾਨ ਅਚਿੰਤ ਵਸਹਿ ਮਨ ਮਾਹੇ। ਜਾ ਤੂੰ ਤੁਸਹਿ ਮਿਹਰਬਾਨ ਨਉ ਨਿਧ ਘਰ ਮਹਿ ਪਾਹੇ। ਜਾ ਤੂੰ ਤੁਸਹਿ ਮਿਹਰਬਾਨ ਤਾ ਗੁਰ ਕਾ ਮੰਤਰ ਕਮਾਹੇ। ਜਾ ਤੂੰ ਤੁਸਹਿ ਮਿਹਰਬਾਨ ਤਾ ਨਾਨਕ ਸੱਚ ਸਮਾਹੇ। ਮਹੱਲਾ ਪੰਜਵਾ। ਕੀਤੀ ਬਹਿਨ ਬਹਿਣੇ ਮੁਚ ਵਜਾਏ ਨਵਜ। ਨਾਨਕ ਸੱਚੇ ਨਾਮ ਬਿਨ ਕਿਸੈ ਨ ਰਹੀਆ ਲੱਜ। ਪੌੜੀ। ਤੁਧ ਧਿਆਇਨ ਬੇਦ ਕਤੇਬਾ ਸਣ ਖੜੇ। ਗਣਤੀ ਗਣੀ ਨਾ ਜਾਏ ਤੇਰਾ ਦਰ ਪੜੇ। ਤੇਰਾ ਦਰ ਪੜੇ ਦਰ ਤੇ ਪਏ ਹੋਏ ਪੜੇ ਨਹੀਂ ਬੋਲਣਾ। ਤੇਰਾ ਦਰ ਪੜੇ ਪੋਲਾ ਪਾਠ ਕਰਨਾ ਜੀ। ਬ੍ਰਹਮੇ ਤੁਧ ਧਿਆਇਨ ਇੰਦਰ ਇੰਦਰਾਸਣਾ। ਸ਼ੰਕਰ ਬਿਸ਼ਨ ਅਵਤਾਰ ਹਰ ਜਸ ਮੁਖ ਭਾਣਾ। ਪੀਰ ਪਿਕੰਬਰ ਸੇਖ ਮਸਾਇਕ ਔਲੀਏ। ਓਤ ਪੋਤ ਨਿਰੰਕਾਰ ਘਟ ਘਟ ਮੌਲੀਏ। ਕੂੜਹੁ ਕਰੇ ਵਿਨਾਸ਼ ਧਰਮੇ ਤੱਗੀਐ। ਜਿਤ ਜਿਤ ਲਾਏ ਆਪ ਤਿਤ ਤਿਤ ਲੱਗੀਐ। ਸ਼ਲੋਕ ਮਹੱਲਾ ਪੰਜਵਾ। ਚੰਗਿਆਈ ਆਲਕ ਕਰੇ ਬੁਰਿਆਈ ਹੋਏ ਸੇਰ। ਨਾਨਕ ਅੱਜ ਕੱਲ ਆਵਸੀ ਗਾਫਲ ਪਾਹੀ ਪੇਰ। ਮਹੱਲਾ ਪੰਜਵਾ। ਕਿਤਿਆ ਕੁਟੰਗ ਗੁਝਾ ਥਿਆ ਨ ਹਿਤ। ਨਾਨਕ ਸਹਿ ਤਹਿ ਢੱਕਿਆ ਮਨ ਮਹਿ ਸੱਚਾ ਮਿਤ। ਪੌੜੀ। ਨਾਨਕ ਤੈ ਸਹਿ ਢੱਕਿਆ ਮਨ ਮਹਿ ਸੱਚਾ ਮਿਤ। ਪੌੜੀ। ਹਉ ਮੰਗਉ ਤੁਝੈ ਦਇਆਲ ਕਰ ਦਾਸਾ ਗੋਲਿਆ। ਨਉ ਨਿਧ ਪਾਈ ਰਾਜ ਜੀਵਾ ਬੋਲਿਆ। ਅੰਮ੍ਰਿਤ ਨਾਮ ਨਿਧਾਨ ਦਾਸਾ ਘਰ ਘਣਾ। ਤਿਨ ਕੈ ਸੰਗ ਨਿਹਾਲ ਸ਼ਰਵਣੀ ਜਸ ਸੁਣਾ। ਕਮਾਵਾ ਤਿਨ ਕੀ ਕਾਰ ਸਰੀਰ ਪਵਿੱਤ ਹੋਏ। ਪੱਖਾ ਪਾਣੀ ਪੀਸ ਬਿਗਸਾ ਪੈਰ ਧੋਏ। ਆਪਹੁ ਕਛੂ ਨ ਹੋਏ ਪ੍ਰਭ ਨਦਰ ਨਿਹਾਲੀਐ। ਮੋਹਿ ਨਿਰਗੁਣ ਦਿਚੈ ਥਾਉ ਸੰਤ ਧਰਮਸਾਲੀਐ। ਸ਼ਲੋਕ ਮਹੱਲਾ ਪੰਜਵਾ। ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਧੂਰ। ਨਾਨਕ ਸਰਣ ਤੁਹਾਰੀਆ ਪੇਖਾ ਸਦਾ ਹਜੂਰ। ਮਹੱਲਾ ਪੰਜਵਾ। ਪਤਿਤ ਪਨੀਤ ਅਸੰਖ ਹੋਏ ਹਰ ਚਰਣੀ ਮਨ ਲਾਗ। 68 ਤੀਰਥ ਨਾਮ ਪ੍ਰਭ ਜਿਸ ਨਾਨਕ ਮਸਤਕ ਭਾਗ। ਪੌੜੀ। ਨਿਤ ਜਪੀਐ ਸਾਸ ਗਿਰਾਸ ਨਾਉ ਪਰਵਦਗਾਰ ਦਾ। ਜਿਸਨੋ ਕਰੇ ਰਹਮ ਤਿਸ ਨਾ ਵਿਸਾਰਦਾ। ਆਪ ਉਪਾਵਨਹਾਰ ਆਪੇ ਹੀ ਮਾਰਦਾ। ਸਭ ਕਿਛ ਜਾਣੈ ਜਾਣ ਬੁਝ ਵਿਚਾਰਦਾ। ਅਨੇਕ ਰੂਪ ਖਿਨ ਮਾਹੇ ਕੁਦਰਤ ਧਾਰਦਾ। ਜਿਸਨੋ ਲਾਏ ਸੱਚ ਤਿਸ ਹੈ ਉਧਾਰਦਾ।
ਜਿਸ ਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ, ਸਦਾ ਅਭਾਗ ਦੀ ਬਾਣ ਹੈ ਹਉ ਤਿਸ ਨਮਸਕਾਰ ਦਾ। ਸਦਾ ਅਭਾਗ ਦੀ ਬਾਣ ਹੈ ਹਉ ਤਿਸ ਨਮਸਕਾਰ ਦਾ। ਸ਼ਲੋਕ ਮਹੱਲਾ ਪੰਜਵਾ। ਕਾਮ ਕ੍ਰੋਧ ਲੋਭ ਛੋਡੀਐ, ਦੀਜੈ ਅਗਨ ਜਲਾਏ, ਜੀਵ ਦਇਆ ਨਿਤ ਜਾਪੀਐ, ਨਾਨਕ ਸਾਚਾ ਨਾਉ। ਮਹੱਲਾ ਪੰਜਵਾ। ਸਿਮਰਤ ਸਿਮਰਤ ਪ੍ਰਭ ਆਪਣਾ, ਸਭ ਫਲ ਪਾਏ ਆਹੇ, ਨਾਨਕ ਨਾਮ ਅਰਾਧਿਆ, ਗੁਰ ਪੂਰੈ ਦੀਆ ਮਿਲਾਏ। ਪੌੜੀ। ਸੋ ਮੁਕਤਾ ਸੰਸਾਰ, ਜੇ ਗੁਰ ਉਪਦੇਸਿਆ, ਤਿਸ ਕੀ ਗਈ ਬਲਾਏ, ਮਿਟੇ ਅੰਦੇਸਿਆ। ਤਿਸ ਕਾ ਦਰਸ਼ਨ ਦੇਖ, ਜਗਤ ਨਿਹਾਲ ਹੋਏ, ਜਾਨ ਕੈ ਸੰਗ ਨਿਹਾਲ, ਪਾਪਾ ਮੈਲ ਧੋਏ। ਅੰਮ੍ਰਿਤ ਸਾਚਾ ਨਾਉ, ਓਥੈ ਜਾਪੀਐ, ਮਨ ਕਾ ਹੋਏ ਸੰਤੋਖ, ਭੁੱਖਾ ਤਰਾਪੀਐ। ਜਿਸ ਘਟ ਵਸਿਆ ਨਾਉ, ਤਿਸ ਬੰਧਨ ਕਾਟੀਐ, ਗੁਰ ਪ੍ਰਸਾਦ ਕਿਨੈ ਵਿਰਲੈ, ਹਰ ਧਨ ਖਾਟੀਐ। ਸ਼ਲੋਕ ਮਹੱਲਾ ਪੰਜਵਾ। ਮਨ ਮਹਿ ਚਿਤਵਾਉ ਚਿਤਵਨੀ, ਉਦਮ ਕਰੋ ਉਠ ਨੀਤ, ਹਰ ਕੀਰਤਨ ਕਾ ਆਹਰੋ, ਹਰ ਦੇਹੁ ਨਾਨਕ ਕੇ ਮੀਤ। ਮਹੱਲਾ ਪੰਜਵਾ। ਦ੍ਰਿਸ਼ਟ ਧਾਰ ਪ੍ਰਭ ਰਖਿਆ, ਮਨ ਤਨ ਰਤਾ ਦ੍ਰਿਸ਼ਟ ਧਾਰ ਪ੍ਰਭ ਰਾਖਿਆ, ਮਨ ਤਨ ਰਤਾ ਮੂਲ, ਨਾਨਕ ਜੋ ਪ੍ਰਭ ਭਾਣੀਆ, ਮਰਉ ਵਿਚਾਰੀ ਸੂਲ। ਪੌੜੀ। ਜੀਅ ਕੀ ਬਿਰਥਾ ਹੋਏ, ਸੋ ਗੁਰ ਪਹਿ ਅਰਦਾਸ ਕਰ, ਛੋੜ ਸਿਆਣਪ ਸਗਲ, ਮਨ ਤਨ ਅਰਪ ਧਰ। ਪੂਜਹ ਗੁਰ ਕੇ ਪੈਰ, ਦੁਰਮਤ ਜਾਏ ਜਰ, ਸਾਧ ਜਨਾ ਕੈ ਸੰਗ, ਭਵ ਜਲ ਬਿਖਮ ਤਰ। ਸੇਵਹੁ ਸਤਿਗੁਰ ਦੇਵ, ਅੱਗੇ ਨਾ ਮਰਹੁ ਡਰ, ਖਿਨ ਮਹਿ ਕਰੇ ਨਿਹਾਲ, ਊਣੇ ਸੁਭਰ ਭਰ। ਮਨ ਕਉ ਹੋਏ ਸੰਤੋਖ, ਧਿਆਈਐ ਸਦਾ ਹਰ, ਸੋ ਲੱਗਾ ਸਤਿਗੁਰ ਸੇਵ, ਜਾ ਕਉ ਕਰਮ ਧੁਰ। ਸ਼ਲੋਕ ਮਹੱਲਾ ਪੰਜਵਾ। ਲਗੜੀ ਸੁਥਾਨ, ਜੋੜਨ ਹਾਰੈ ਜੋੜੀਆ, ਨਾਨਕ ਲਹਿਰੀ ਲਖ ਸਹਿ ਆਨ, ਡੁੱਬਣ ਦੇ ਨਾ ਮਾ ਪਿਰੀ। ਲਗੜੀ ਸੁਥਾਨ। ਸੁਥਾਨ ਪਾਠ ਇਕੱਠਾ ਹੈ, ਸੋ ਥਾਨ ਵੱਖਰਾ ਵੱਖਰਾ ਨਹੀਂ ਕਰਨਾ। ਨਾਨਕ ਲਹਿਰੀ ਲਖ ਸੈ ਆਨ, ਇਹ ਸੈ ਅਤੇ ਆਨ ਵੱਖਰਾ ਵੱਖਰਾ ਹੈ, ਸੈ ਆਨ ਇਕੱਠਾ ਨਹੀਂ ਕਰਨਾ। ਡੁੱਬਣ ਦੇ ਨਾ ਮਾ ਪਿਰੀ, ਮਾ ਬਿੰਦੀ ਤੋਂ ਬਿਨਾਂ ਬੋਲਣਾ ਹੈ, ਮਾਂ ਬਿੰਦੀ ਲਾ ਕੇ ਨਹੀਂ ਉਚਾਰਨ ਕਰਨਾ। ਡੁੱਬਣ ਦੇ ਨਾ ਮਾ ਪਿਰੀ। ਮਹੱਲਾ ਪੰਜਵਾ। ਬਾਨ ਪਿਹਾਵਲੈ, ਹਿਕ ਸਾਥੀ ਲੱਧਮ, ਦੁਖ ਹਰਤਾ ਹਰ ਨਾਮਾ। ਬਲ ਬਲ ਜਾਈ ਸੰਤ ਪਿਆਰੇ, ਨਾਨਕ ਪੂਰਨ ਕੰਮ। ਪੌੜੀ। ਪਾਈਨ ਸਭ ਨਿਧਾਨ, ਤੇਰਾ ਰੰਗ ਰਤਿਆ, ਨਾ ਹੋਵੀ ਪਛੋਤਾਉ, ਤੁਧ ਨੋ ਜਪਤਿਆ। ਪਹੁੰਚ ਨ ਸਕੈ ਕੋਇ, ਤੇਰੀ ਟੇਕ ਜਾਨ, ਗੁਰ ਪੂਰੇ ਵਾਹ ਵਾਹ, ਸੁਖ ਲਹਾ ਚਿਤਾਰ ਮਨ। ਗੁਰ ਪਹਿ ਸਿਫਤ ਭੰਡਾਰ, ਕਰਮੀ ਪਾਈਐ, ਸਤਿਗੁਰ ਨਦਰ ਨਿਹਾਲ, ਬਹੁੜ ਨਾ ਧਾਈਐ। ਰਖੈ ਆਪ ਦਇਆਲ, ਕਰ ਦਾਸਾ ਆਪਣੇ, ਹਰ 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 ਨਾਮ, ਜੀਵਾ ਸੁਣ ਸੁਣੇ। ਸ਼ਲੋਕ ਮਹੱਲਾ ਪੰਜਵਾ। ਪ੍ਰੇਮ ਪਟੋਲਾ ਤੈ ਸਹਿ ਦਿੱਤਾ, ਢੱਕਣ ਕੂ ਪਤ ਮੇਰੀ। ਦਾਨਾ ਬੀਨਾ ਸਾਈ ਮੈਂਡਾ, ਨਾਨਕ ਸਾਰ ਨਾ ਜਾਣਾ ਤੇਰੀ। ਮਹੱਲਾ ਪੰਜਵਾ। ਤੈਂਡੈ ਸਿਮਰਨ ਹਬ ਕਿਛ ਲੱਧਮ, ਬਿਖਮ ਨਾ ਡਿਠਮ ਕੋਈ। ਜਿਸ ਪਤ ਰਖੈ ਸੱਚਾ ਸਾਹਿਬ, ਨਾਨਕ ਮੇਟ ਨਾ ਸਕੈ ਕੋਈ। ਪੌੜੀ। ਹੋਵੈ ਸੁਖ ਘਣਾ, ਦਈਏ ਧਿਆਇਐ, ਵੰਝੈ ਰੋਗਾ ਘਾਣ, ਹਰ ਗੁਣ ਗਾਇਐ। ਵੰਝੈ ਰੋਗਾ ਘਾਣ, ਹਰ ਗੁਣ ਗਾਇਐ। ਅੰਦਰ ਵਰਤੈ ਠਾਂਡ, ਪ੍ਰਭ ਚਿਤ ਆਇਐ। ਪੂਰਨ ਹੋਵੈ ਆਸ, ਨਾਇ ਮਨ ਵਸਾਇਐ। ਕੋਇ ਨ ਲੱਗੈ ਬਿਘਨ, ਆਪ ਗਵਾਇਐ। ਗਿਆਨ ਪਦਾਰਥ ਮਤ, ਗੁਰ ਤੇ ਪਾਇਐ। ਤਿਨ ਪਾਏ ਸਭੇ ਥੋਕ, ਜਿਸ ਆਪ ਦਿਵਾਇਐ। ਤੂੰ ਸਭਨਾ ਕਾ ਖਸਮ, ਸਭ ਤੇਰੀ ਛਾਇਐ। ਧਿਆਇਐ ਗਾਇਐ ਆਇਐ, ਸਭ ਈੜੀ ਨੂੰ ਸਿਹਾਰੀਆਂ ਆ ਰਹੀਆਂ ਨੇ।
ਇਸ ਦਾ ਉਚਾਰਨ ਇਸੇ ਪ੍ਰਕਾਰ ਕਰਨਾ ਜਿਵੇਂ ਸਰਵਣ ਕਰ ਰਹੇ ਹੋ। ਧਿਆਈਐ ਗਾਈਐ ਆਈਐ ਇਉਂ ਨਹੀਂ ਕਰਨਾ, ਬਿਹਾਰੀ ਦਾ ਉਚਾਰਨ ਨਹੀਂ ਆਵੇਗਾ। ਸੋ ਅੰਦਰ ਵਰਤੈ ਠਾਂਡ, ਇੱਥੇ ਠੰਡ ਤੋਂ ਸੀਤਲਤਾ ਤੋਂ ਭਾਵ ਹੈ, ਇਸ ਲਈ ਠਾਂਡ ਬੋਲਣਾ ਹੈ, ਠਾੜ ਨਹੀਂ। ਹਾਂਜੀ। ਸ਼ਲੋਕ ਮਹੱਲਾ ਪੰਜਵਾ। ਨਦੀ ਤਰੰਦੜੀ ਮੈਂਡਾ ਖੋਜ ਨ ਖੁੰਬੈ, ਮੰਝ ਮੁਹੱਬਤ ਤੇਰੀ। ਮੰਝ ਝੱਜੇ ਦੇ ਉਚਾਰਨ ਨੂੰ ਰੱਖਦਿਆਂ ਥੋੜਾ ਕੱਸ ਕੇ ਹੋਵੇਗਾ। ਮੰਝ ਜੱਜਾ ਕਰਕੇ ਪੋਲਾ ਕਰਕੇ ਨਹੀਂ ਬੋਲਣਾ, ਮੰਝ ਮੁਹੱਬਤ ਤੇਰੀ। ਨਦੀ ਤਰੰਦੜੀ ਮੈਂਡਾ ਖੋਜ ਨ ਖੁੰਬੈ, ਮੰਝ ਮੁਹੱਬਤ ਤੇਰੀ। ਤਾਉ ਸਹਿ ਚਰਣੀ ਮੈਂਡਾ ਹੀ ਅੜਾ ਸੀਤਮ, ਹਰ ਨਾਨਕ ਤੁਲਹਾ ਬੇੜੀ। ਮਹੱਲਾ ਪੰਜਵਾ। ਜਿਨ੍ਹਾਂ ਦਿਸੰਦੜਿਆ ਦੁਰਮਤ ਵੰਜੈ, ਮਿੱਤਰ ਅਸਾਡੜੇ ਸੇਈ। ਹਉ ਟੁਢੇਦੀ ਜਗ ਸਬਾਇਆ, ਜਨ ਨਾਨਕ ਵਿਰਲੇ ਕੇਈ। ਪੌੜੀ। ਆਵੈ ਸਾਹਿਬ ਚਿੱਤ, ਤੇਰਿਆ ਭਗਤਾ ਡਿਠਿਆ। ਮਨ ਕੀ ਕਟਿਐ ਮੈਲ, ਸਾਧ ਸੰਗ ਉਠਿਆ। ਜਨਮ ਮਰਨ ਭਾਉ ਕਟਿਐ, ਜਾਨ ਕਾ ਸ਼ਬਦ ਜਪ। ਬੰਧਨ ਖੋਲਨ ਸੰਤ, ਦੂਤ ਸਭ ਜਾਹਿ ਛਾਪ। ਤਿਸ ਸਿਉ ਲਾਇਨ ਰੰਗ, ਜਿਸ ਦੀ ਸਭ ਧਾਰੀਆ। ਊਚੀ ਹੂੰ ਊਚਾ ਥਾਨ, ਅਗਮ ਅਪਾਰੀਆ। ਰੈਣ ਦਿਨਸ ਕਰ ਜੋੜ, ਸਾਸ ਸਾਸ ਧਿਆਈਐ। ਜਾ ਆਪੇ ਹੋਏ ਦਇਆਲ, ਤਾਂ ਭਗਤ ਸੰਗ ਪਾਈਐ। ਸ਼ਲੋਕ ਮਹੱਲਾ ਪੰਜਵਾ। ਬਾਰ ਵਿਡਾਨੜੈ ਹੁਮਸ ਧੁਮਸ, ਕੂਕਾ ਪਈਆ ਰਾਹੀ। ਤਾਉ ਸਹਿ ਸੇਤੀ ਲਗੜੀ ਡੋਰੀ, ਨਾਨਕ ਆਨੰਦ ਸੇਤੀ ਬਾਨ ਗਾਹੀ। ਮਹੱਲਾ ਪੰਜਵਾ। ਸੱਚੀ ਬੈਸਕ ਤਿਨਾ ਸੰਗ, ਜਿਨ ਸੰਗ ਜਪੀਐ ਨਾਉ। ਤਿਨ ਸੰਗ ਸੰਗ ਨ ਕੀਚਈ, ਨਾਨਕ ਜਿਨਾ ਆਪਣਾ ਸੁਆਉ। ਪੌੜੀ। ਸਾ ਵੇਲਾ ਪਰਵਾਨ, ਜਿਤ ਸਤਿਗੁਰ ਭੇਟਿਆ। ਹੋਆ ਸਾਧੂ ਸੰਗ, ਫਿਰ ਦੁਖ ਨ ਤੇਟਿਆ। ਪਾਇਆ ਨਿਹਚਲ ਥਾਨ, ਫਿਰ ਗਰਭ ਨ ਲੇਟਿਆ। ਨਦਰੀ ਆਇਆ ਇੱਕ, ਸਗਲ ਬ੍ਰਹਮ ਮੇਟਿਆ। ਤਤ ਗਿਆਨ ਲਾਏ ਧਿਆਨ, ਦ੍ਰਿਸ਼ਟ ਸਮੇਟਿਆ। ਸਭੋ ਜਪੀਆ ਜਾਪ, ਜੇ ਮੁਖ ਹੋ ਬੋਲੇਟਿਆ। ਹੁਕਮੇ ਬੁਝ ਨਿਹਾਲ, ਸੁਖ ਸੁਖੇਟਿਆ। ਪਰਖ ਖਜ਼ਾਨੇ ਪਾਏ, ਸੇ ਬਹੁੜ ਨਾ ਖੋਟਿਆ। ਸ਼ਲੋਕ ਵਿਛੋਹੇ ਜੰਬੂਰ, ਖਵੇ ਨ ਵੰਜਨ ਗਾਖੜੇ। ਜੇ ਸਭ ਧਣੀ ਮਿਲਨ, ਨਾਨਕ ਸੁਖ ਸੰਬੂਹ ਸੱਚ। ਮਹੱਲਾ ਪੰਜਵਾ। ਸੋ ਸਾਧ ਸੰਗਤ ਜੀ, ਇਹ 10ਵੀਂ ਪੌੜੀ ਸੰਪੂਰਨ ਹੋ ਕੇ ਅੱਗੇ 11ਵੀਂ ਪੌੜੀ ਉਸ ਤੋਂ ਪਹਿਲਾਂ ਸ਼ਲੋਕ ਆਰੰਭ ਹੋ ਰਿਹਾ ਹੈ। ਛਾਪੇ ਵਿੱਚ ਸ਼ਲੋਕ ਮਹੱਲਾ ਪੰਜਵਾ ਛਪਿਆ ਹੁੰਦਾ ਹੈ ਨਾ ਸੰਤ ਜੀ? ਹਾਂਜੀ, ਸ਼ਲੋਕ ਮਹੱਲਾ ਪੰਜਵਾ ਹੈ ਜੀ। ਪਰ ਪ੍ਰਾਤਨ ਸਰੂਪਾਂ ਦੇ ਵਿੱਚ ਇੱਥੇ ਇਕੱਲਾ ਸ਼ਲੋਕ ਅੱਖਰ ਹੀ ਹੈ। ਸੋ ਇਹ ਪ੍ਰਾਤਨਤਾ ਨੂੰ ਮੁੱਖ ਰੱਖਦਿਆਂ ਜੋ ਹੱਥ ਲਿਖਤ ਸਰੂਪ ਹਨ, ਉਹਨਾਂ ਨੂੰ ਮੁੱਖ ਰੱਖਦਿਆਂ ਹੋਇਆਂ ਜੋ ਪਾਠ ਹੈ ਇਹ ਸ਼ਲੋਕ ਹੀ ਹੈ। ਸ਼ਲੋਕ ਵਿਛੋਹੇ ਜੰਬੂਰ, ਖਵੇ ਨਾ ਵੰਜਨ ਗਾਖੜੇ। ਮਹੱਲਾ ਪੰਜਵਾ। ਜਿਮੀ ਵਸੰਦੀ ਪਾਣੀਐ, ਈਂਧਣ ਰੱਖੈ ਭਾਹੇ। ਨਾਨਕ ਸੋ ਸਹ ਆਹੇ, ਜਾ ਕੈ ਆਡਲ ਹੱਬ ਕੋ। ਪੌੜੀ। ਤੇਰੇ ਕੀਤੇ ਕੰਮ, ਤੁਧੈ ਹੀ ਗੋਚਰੇ। ਸੋਈ ਵਰਤੈ ਜਗ, ਜੇ ਕੀਆ ਤੁਧ ਧੁਰੇ। ਬਿਸਮ ਭਏ ਬਿਸਮਾਦ, ਦੇਖ ਕੁਦਰਤ ਤੇਰੀਆ। ਸਰਣ ਪਰੇ ਤੇਰੀ ਦਾਸ, ਕਰ ਗਾਤ ਹੋਏ ਮੇਰੀਆ। ਤੇਰਾ ਹੱਥ ਨਿਧਾਨ, ਭਾਵੈ ਤਿਸ ਦੇਹ। ਜਿਸਨੋ ਹੋਏ ਦਇਆਲ, ਹਰ ਨਾਮ ਸੇ ਲੇਹ। ਅਗਮ ਅਗੋਚਰ ਬੇਅੰਤ, ਅੰਤ ਨ ਪਾਈਐ। ਜਿਸਨੋ ਹੋਏ ਕਿਰਪਾਲ, ਸੋ ਨਾਮ ਧਿਆਈਐ। ਸ਼ਲੋਕ ਮਹੱਲਾ ਪੰਜਵਾ। ਕੜਛੀਆ ਫਿਰਨ, ਸੁਆਉ ਨ ਜਾਣਨ ਸੁਣੀਆ। ਕੜਛੀਆ ਫਿਰਨ, ਸੁਆਉ ਨ ਜਾਣਨ ਸੁਣੀਆ। ਠੀਕ ਆ, ਠੀਕ। ਸਈ ਮੁਖ ਦਿਸਨ, ਨਾਨਕ ਰਤੇ ਪ੍ਰੇਮ ਰਸ। ਮਹੱਲਾ ਪੰਜਵਾ। ਖੋਜੀ ਲਧਮ ਖੋਜ, ਛੱਡਿਆ ਉਜਾੜ। ਤੈ ਸਹਿ ਦਿੱਤੀ ਵਾੜ, ਨਾਨਕ ਖੇਤ ਨ ਛਿਜਾਈ। ਖਾਲਸਾ ਜੀ, ਜਿਸ ਚਾਲ ਦੇ ਵਿੱਚ ਇਹ ਸ਼ਲੋਕ ਆ ਰਹੇ ਨੇ, ਕਾਵ ਨਿਯਮ ਮੁਤਾਬਕ ਇਸ ਚਾਲ ਨੂੰ ਸੋਰਠਾ ਕਿਹਾ ਜਾਂਦਾ ਹੈ।
ਸੋਰਠਾ ਔਰ ਸਲੋਕ ਇਹਨਾਂ ਦੀਆਂ ਮਾਤਰਾ ਇੱਕ ਦੂਸਰੇ ਦੇ ਉਲਟ ਹੁੰਦੀਆਂ ਨੇ। ਭਾਵ ਜਿਵੇਂ ਇੱਕ ਪੰਕਤੀ ਹੈ, ਉਹਦਾ ਪਹਿਲਾ ਅੱਧ ਔਰ ਦੂਸਰਾ ਅੱਧ, ਸੋ ਇਸ ਹਿਸਾਬ ਨਾਲ ਜੇ ਸਲੋਕ ਦੇ ਅੱਧ ਨੂੰ ਉਲਟਾ ਕੇ ਪਿਛਲੇ ਅੱਧ ਨੂੰ ਅੱਗੇ ਤੇ ਅਗਲੇ ਅੱਧ ਨੂੰ ਪਿੱਛੇ ਕਰ ਦਈਏ ਤਾਂ ਉਹ ਸੋਰਠਾ ਬਣ ਜਾਂਦਾ ਹੈ। ਭੱਟਾਂ ਦੇ ਸਵਈਆਂ ਦੇ ਵਿੱਚ ਸੋਰਠੇ ਸਰਲੇਖ ਹੇਠ ਵੀ ਸ਼ਬਦ ਆਏ ਨੇ, ਗੁਰ ਅਰਜਨ ਪੁਰਖ ਪ੍ਰਮਾਣ ਪਾਰਥਉ ਚਾਲੈ ਨਹੀਂ। ਸੋ ਇੱਥੇ ਇਹ ਵੀ ਸੋਰਠੇ ਦੀ ਚਾਲ ਹੈ। ਸੋਰਠੇ ਦੇ ਵਿੱਚ ਇੱਕ ਨਿਯਮ ਹੈ ਕਿ ਪੰਕਤੀ ਦਾ ਤੁਕਾਂਤ ਜਿਹੜਾ ਉਹ ਅੱਧ ਵਿੱਚ ਮਿਲਦਾ ਹੈ, ਸੰਪੂਰਨਤਾ ਤੇ ਬਾਅਦ ਵਿੱਚ ਮਿਲੇ ਜਾਂ ਨਾ ਮਿਲੇ ਇਸ ਦੀ ਕੋਈ ਜ਼ਰੂਰਤ ਨਹੀਂ ਜਾਂ ਕੋਈ ਸ਼ਰਤ ਨਹੀਂ। ਤੇ ਕਈ ਵਾਰ ਦੋਨੋਂ ਪੰਕਤੀਆਂ ਦਾ ਤੁਕਾਂਤ ਆਪਸ ਵਿੱਚ ਕਿਤੇ ਵੀ ਨਹੀਂ ਮਿਲਦਾ ਹੁੰਦਾ। ਇਹ ਸੋਰਠੇ ਦਾ ਨਿਯਮ ਹੁੰਦਾ ਹੈ। ਹੁਣ ਆਪ ਜੀ ਦਰਸ਼ਨ ਕਰ ਰਹੇ ਹੋ, ਕੜਛੀਆਂ ਫਿਰਨ ਸਵਾਉ ਨਾ ਜਾਣਨ ਸੁਨੀਆਂ, ਸੇਈ ਮੁਖ ਦਿਸਨ ਨਾਨਕ ਰਤੇ ਪ੍ਰੇਮ ਰਸ। ਮੱਧ ਵਿੱਚ ਅੱਖਰ ਆਇਆ ਫਿਰਨ ਦਿਸਨ, ਇੱਥੇ ਇਹ ਮਿਲ ਰਿਹਾ, ਪਰ ਅਖੀਰਲੇ ਅੱਖਰ ਸੁਨੀਆਂ ਰਸ, ਇੱਥੇ ਤੁਕਾਂਤ ਆਪਸ ਵਿੱਚ ਨਹੀਂ ਮਿਲਦਾ। ਇਹ ਸੋਰਠੇ ਦੀ ਚਾਲ ਇਸ ਤਰੀਕੇ ਦੇ ਨਾਲ ਚੱਲਦੀ ਹੈ। ਜੇ ਇਉਂ ਹੁੰਦਾ ਕਿ ਸਵਾਉ ਨਾ ਜਾਣਨ ਸੁਨੀਆਂ ਗੜਛੀਆ ਫਿਰਨ, ਤਾਂ ਇਹ ਚਾਲ ਸਲੋਕ ਦੀ ਬਣ ਜਾਣੀ ਸੀ। ਸਲੋਕ ਤੇ ਸੋਰਠਾ ਇਉਂ ਅੱਧੀ ਅੱਧੀ ਪੰਕਤੀ ਦੇ ਪਲਟਾ ਦੇ ਨਾਲ ਇਹਨਾਂ ਦੀ ਚਾਲ ਵੱਖਰੀ ਵੱਖਰੀ ਬਣਦੀ ਹੈ। ਇਹ ਸਤਿਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕਾਵ ਰਚਨਾ ਦੀਆਂ ਅਨੇਕ ਪ੍ਰਕਾਰ ਦੀਆਂ ਚਾਲਾਂ ਹਨ। ਆਪ ਜੀ ਦੀ ਗਿਆਤ ਹਿਤ ਇਹ ਬੇਨਤੀ ਕੀਤੀ ਹੈ ਜੀ। ਪੌੜੀ ਆਰਾਧਿਓ ਸੱਚਾ ਸੋਏ, ਸਭ ਕਿਛ ਜਿਸ ਪਾਸ, ਦੋਹਾ ਸਿਰਿਆ ਖਸਮ ਆਪ, ਖਿਨ ਮਹਿ ਕਰੇ ਰਾਸ। ਤਿਆਗਹੁ ਸਗਲ ਉਪਾਵ, ਤਿਸ ਕੀ ਓਟ ਗਹੁ, ਤਿਸ ਕੀ ਓਟ ਗਹੁ। ਪਾਉ ਸਰਣਾਈ ਭਜ, ਸੁਖੀ ਹੂੰ ਸੁਖ ਲਹੁ। ਕਰਮ ਧਰਮ ਤਤ ਗਿਆਨ, ਸੰਤਾ ਸੰਗ ਹੋਏ। ਜਪੀਐ ਅੰਮ੍ਰਿਤ ਨਾਮ, ਬਿਘਨ ਨ ਲੱਗੈ ਕੋਇ। ਜਿਸਨੋ ਆਪ ਦਇਆਲ, ਤਿਸ ਮਨ ਬੁੱਠਿਆ। ਪਾਈਅਨ ਸਭ ਨਿਧਾਨ, ਸਾਹਿਬ ਤੁਠਿਆ। ਸਲੋਕ ਮਹੱਲਾ ਪੰਜਵਾ। ਲੱਧਮ ਲੱਭਣਹਾਰ, ਕਰਮ ਕਰੰਦੋ ਮਾਂ ਪਿਰੀ। ਇੱਕੋ ਹਾਂਜੀ, ਮਾਂ ਪਿਰੀ, ਇੱਥੇ ਵੀ ਮਾਂ ਨਹੀਂ ਕਹਿਣਾ, ਕਰਮ ਕਰੰਦੋ ਮਾਂ ਪਿਰੀ। ਇੱਕੋ ਸਿਰਜਣਹਾਰ, ਨਾਨਕ ਬਿਆ ਨ ਪਸੀਐ। ਮਹੱਲਾ ਪੰਜਵਾ। ਪਾਪੜਿਆ ਪਛਾੜ, ਬਾਣ ਸਚਾਵਾ ਸੰਨ ਕੈ। ਗੁਰ ਮੰਤਰੜਾ ਚਿਤਾਰ, ਨਾਨਕ ਦੁਖ ਨ ਥੀਵਈ। ਪੌੜੀ ਵਾਹੁ ਵਾਹੁ ਸਿਰਜਣਹਾਰ, ਪਾਈਅਨ ਠਾਂਡ ਆਪ। ਜੀ ਜੰਤ ਮਿਹਰਬਾਨ, ਤਿਸਨੋ ਸਦਾ ਜਾਪ। ਦਇਆ ਧਾਰੀ ਸਮਰੱਥ, ਚੁੱਕੇ ਬਿਲਾਪ। ਨੱਠੇ ਤਾਪ ਦੁਖ ਰੋਗ, ਪੂਰੇ ਗੁਰ ਪ੍ਰਤਾਪ। ਕੀਤੀਆਂ ਆਪਣੀ ਰੱਖ, ਗਰੀਬ ਨਿਵਾਜ ਥਾਪ। ਆਪੇ ਲਇਨ ਛਡਾਏ, ਬੰਧਨ ਸਗਲ ਕਾਪ। ਤਿਸਨ ਬੁਝੀ ਆਸ ਪੁੰਨੀ, ਮਨ ਸੰਤੋਖ ਤਰਾਪ। ਵੱਡੀ ਹੂੰ ਵੱਡਾ ਅਪਾਰ ਖਸਮ, ਜਿਸ ਲੇਪ ਨ ਪੁੰਨ ਪਾਪ। ਸਲੋਕ ਮਹੱਲਾ ਪੰਜਵਾ। ਜਾ ਕਉ ਭਏ ਕਿਰਪਾਲ ਪ੍ਰਭ, ਹਰ ਹਰ ਸੇਈ ਜਪਾਤ। ਨਾਨਕ ਪ੍ਰੀਤ ਲੱਗੀ ਤਿਨ ਰਾਮ ਸਿਓ, ਭੇਟਤ ਸਾਧ ਸੰਗਾਤ। ਪੌੜੀ ਮਹੱਲਾ ਪੰਜਵਾ। ਰਾਮ ਰਮਹੁ ਬਡ ਭਾਗੀ ਹੋ, ਜਲ ਥਲ ਮਹੀਅਲ ਸੋਏ। ਨਾਨਕ ਨਾਮ ਅਰਾਧਿਐ, ਬਿਘਨ ਨ ਲਾਗੈ ਕੋਇ। ਪੌੜੀ ਭਗਤਾ ਕਾ ਬੋਲਿਆ ਪ੍ਰਵਾਨ ਹੈ, ਦਰਗ ਹੈ ਪਵੈ ਥਾਇ। ਭਗਤਾ ਤੇਰੀ ਟੇਕ, ਰਤੇ ਸਚ ਨਾਇ। ਜਿਸਨੋ ਹੋਏ ਕਿਰਪਾਲ, ਤਿਸ ਕਾ ਦੁਖ ਜਾਏ। ਭਗਤ ਤੇਰੇ ਦਇਆਲ, ਉਹਨਾਂ ਮਿਹਰ ਪਾਏ। ਦੁਖ ਦਰਦ ਵੱਡ ਰੋਗ, ਨਾ ਪੋਹੇ ਤਿਸ ਮਾਏ। ਭਗਤਾ ਇਹੋ ਆਧਾਰ, ਗੁਣ ਗੋਬਿੰਦ ਗਾਏ। ਸਦਾ ਸਦਾ ਦਿਨ ਰਹਿਣ, ਇੱਕੋ ਇੱਕ ਧਿਆਏ। ਪੀਵਤ ਅੰਮ੍ਰਿਤ ਨਾਮ ਜਨ, ਨਾਮੇ ਰਹੇ ਅਗਾਏ। ਸਲੋਕ ਮਹੱਲਾ ਪੰਜਵਾ। ਕੋਟ ਬਿਘਨ ਤਿਸ ਲਾਗਤੇ, ਜਿਸਨੋ ਵਿਸਰੈ ਨਾਉ। ਨਾਨਕ ਅਨ ਦਿਨ ਬਿਲਪਤੇ, ਜਿਉ ਸੁਣੈ ਘਰ ਕਾਉ। ਮਹੱਲਾ ਪੰਜਵਾ। ਪਿਛਲੀ ਪੌੜੀ ਦੇ ਨਾਲ ਦਾ ਸਲੋਕ ਰਾਮ ਰਮਹੁ ਬਡ ਭਾਗੀ ਹੋ, ਜਲ ਥਲ ਮਹੀਅਲ ਸੋਏ, ਇਹ ਵੀ। ਤੇ ਹੁਣ ਇਹ ਜਿਹੜਾ ਸਲੋਕ ਹੈ, ਕੋਟ ਬਿਘਨ ਤਿਸ ਲਾਗਤੇ, ਜਿਸਨੂੰ ਵਿਸਰੈ ਨਾਉ। ਇਹ ਦੋਨੋਂ ਸਲੋਕ ਇਸੇ ਵਾਰ ਵਿੱਚ ਅੱਗੇ ਵੀ ਆਉਣਗੇ, ਅਖੀਰਲੀ ਪੌੜੀ ਦੇ ਨਾਲ।
ਰਾਮ ਰਮਹੁ ਦੀ ਜਗ੍ਹਾ ਤੇ ਉਥੇ ਰਾਮ ਜਪੋ ਵਡਭਾਗੀ ਹੋਆਵੇਗਾ। ਮਹੱਲਾ ਪੰਜਵਾ। ਪੇਰੀ ਮਿਲਾਵਾ ਜਾਥੀਐ ਸਾਈ ਸੁਹਾਵੀ ਰੁੱਤ, ਘੜੀ ਮੋਹਤ ਨਹਿ ਵੀਸਰੈ ਨਾਨਕ ਰਵੀਐ ਨਿਤ। ਪੌੜੀ। ਸੂਰਬੀਰ ਵਰਿਆਮ ਕਿਨੈ ਨਾ ਹੋੜੀਐ, ਫੌਜ ਸਤਾਣੀ ਹਾਠ ਪੰਚਾ ਜੋੜੀਐ। 10 ਨਾਰੀ ਅਵਧੂਤ ਦੇਨ ਚਮੋੜੀਐ, ਜਿਣ ਜਿਣ ਲੈਨ ਰਲਾਏ, ਜਿਣ ਜਿਣ ਲੈਨ ਰਲਾਏ। ਇਹੋ ਇਨਾ ਲੋੜੀਐ, ਤ੍ਰੈ ਗੁਣ ਇਨ ਕੈ ਵਸ ਕਿਨੈ ਨਾ ਮੋੜੀਐ। ਭਰਮ ਕੋਟ ਮਾਇਆ ਖਾਈ, ਕਹੋ ਕਿਤ ਬਿਦ ਤੋੜੀਐ। ਗੁਰ ਪੂਰਾ ਆਰਾਧ ਬਿਖਮ ਦਲ ਫੋੜੀਐ, ਹਉ ਤਿਸ ਅੱਗੇ ਦਿਨ ਰਾਤ ਰਹਾ ਕਰ ਜੋੜੀਐ। ਸ਼ਲੋਕ ਮਹੱਲਾ ਪੰਜਵਾ। ਕਿਲ ਵਿਖ ਸਭੇ ਉਤਰਨ, ਨੀਤ ਨੀਤ ਗੁਣ ਗਾਓ। ਕੋਟ ਕਲੇਸਾ ਊਪਜਹਿ, ਨਾਨਕ ਬਿਸਰੈ ਨਾਉ। ਮਹੱਲਾ ਪੰਜਵਾ। ਨਾਨਕ ਸਤਿਗੁਰ ਭੇਟਿਐ, ਪੂਰੀ ਹੋਵੈ ਜੁਗਤ। ਹਸੰਦਿਆ ਖੇਲੰਦਿਆ ਪਹਿਨੰਦਿਆ ਖਾਵੰਦਿਆ, ਵਿੱਚੇ ਹੋਵੈ ਮੁਕਤ। ਪੌੜੀ। ਸੋ ਸਤਿਗੁਰ ਧਨ ਧਨ, ਜਿਨ ਭਰਮ ਗੜ ਤੋੜਿਆ। ਸੋ ਸਤਿਗੁਰ ਵਾਹ ਵਾਹ, ਜਿਨ ਹਰਿ ਸਿਉ ਜੋੜਿਆ। ਨਾਮ ਨਿਧਾਨ ਅਖੁੱਟ, ਗੁਰੂ ਦੇ ਦਾਰੂਓ। ਗੁਰ ਦੇ ਦਾਰੂਓ। ਨਾਮ ਨਿਧਾਨ ਅਖੁੱਟ, ਗੁਰ ਦੇ ਦਾਰੂਓ। ਮਹਾਰੋਗ ਬਿਕਰਾਲ ਤਿਨੈ ਬਿਦਾਰੂਓ। ਪਾਇਆ ਨਾਮ ਨਿਧਾਨ ਬਹੁਤ ਖਜ਼ਾਨਿਆ, ਜਿੱਤਾ ਜਨਮ ਅਪਾਰ ਆਪ ਪਛਾਨਿਆ। ਮਹਿਮਾ ਕਹੀ ਨਾ ਜਾਏ, ਗੁਰ ਸਮਰੱਥ ਦੇਵ। ਗੁਰ ਪਾਰ ਬ੍ਰਹਮ ਪਰਮੇਸ਼ਵਰ, ਅਪਰੰਪਰ ਅਲਖ ਅਭੇਵ। ਸ਼ਲੋਕ ਮਹੱਲਾ ਪੰਜਵਾ। ਉਦਮ ਕਰੇਂਦਿਆ ਜੀਉ ਤੂੰ, ਕਮਾਵਦਿਆ ਸੁਖ ਪੁੰਚ। ਧਿਆਇਦਿਆ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਮਹੱਲਾ ਪੰਜਵਾ। ਸੁਭ ਚਿੰਤਨ ਗੋਬਿੰਦ ਰਮਣ, ਨਿਰਮਲ ਸਾਧੂ ਸੰਗ। ਨਾਨਕ ਨਾਮ ਨ ਵਿਸਰਉ ਇਕ ਘੜੀ, ਕਰ ਕਿਰਪਾ ਭਗਵੰਤ। ਪੌੜੀ। ਤੇਰਾ ਕੀਤਾ ਹੋਏ ਤਾ ਕਾਹੇ ਡਰ ਪੀਐ, ਜਿਸ ਮਿਲ ਜਪੀਐ ਨਾਉ ਤਿਸ ਜੀਉ ਅਰਪੀਐ। ਆਇਆ ਚਿਤ ਨਿਹਾਲ ਸਾਹਿਬ ਬੇਸੁਮਾਰ, ਤਿਸਨੋ ਪੋਹੇ ਕਵਣ ਜਿਸ ਵੱਲ ਨਿਰੰਕਾਰ। ਸਭ ਕਿਛ ਤਿਸ ਕੈ ਵਸ ਨਾ ਕੋਈ ਬਾਹਰਾ, ਸੋ ਭਗਤਾ ਮਨ ਬੁੱਠਾ ਸੱਚ ਸਮਾਹਰਾ। ਤੇਰੇ ਦਾਸ ਧਿਆਇਨ ਤੁਧ ਤੂੰ ਰੱਖਣ ਵਾਲਿਆ, ਸਿਰ ਸਭਨਾ ਸਮਰੱਥ ਨਦਰ ਨਿਹਾਲਿਆ। ਸ਼ਲੋਕ ਮਹੱਲਾ ਪੰਜਵਾ। ਕਾਮ ਕ੍ਰੋਧ ਮਦ ਲੋਭ ਮੋਹ, ਦੁਸ਼ਟ ਬਾਸਨਾ ਨਿਵਾਰ। ਰਾਖ ਲੇਹੁ ਪ੍ਰਭ ਆਪਣੇ, ਨਾਨਕ ਸਦ ਬਲਿਹਾਰ। ਮਹੱਲਾ ਪੰਜਵਾ। ਖਾਂਦਿਆਂ ਖਾਂਦਿਆਂ ਮੋਹ ਇਕੱਠਾ, ਪਹਿਨਾਂਦਿਆਂ ਸਭ ਅੰਗ। ਨਾਨਕ ਧ੍ਰਿਗ ਤਿਨਾਂ ਦਾ ਜੀਵਿਆ, ਜਿਨ ਸੱਚ ਨ ਲੱਗੋ ਰੰਗ। ਪੌੜੀ। ਜਿਉ ਜਿਉ ਤੇਰਾ ਹੁਕਮ ਤਿਵੈ ਤਿਉ ਹੋਵਣਾ, ਜਹ ਜਹ ਰਖਹਿ ਆਪ ਤਹ ਜਾਏ ਖੜੋਵਣਾ। ਨਾਮ ਤੇਰਾ ਕੈ ਰੰਗ ਦੁਰਮਤ ਧੋਵਣਾ, ਜਪ ਜਪ ਤੁਧ ਨਿਰੰਕਾਰ ਭਰਮ ਭਉ ਖੋਵਣਾ। ਜੋ ਤੇਰਾ ਰੰਗ ਰਤੇ ਤਿਨ ਜੋਨ ਨਾ ਜੋਵਣਾ, ਅੰਤਰ ਬਾਹਰ ਜੋ ਤੇਰਾ ਰੰਗ ਰਤੇ ਸੇ ਜੋਨ ਨਾ ਜੋਵਣਾ। ਅੰਤਰ ਬਾਹਰ ਇੱਕ ਨੈਣ ਅਲੋਵਣਾ। ਜਿਨੀ ਪਛਾਤਾ ਹੁਕਮ ਤਿਨ ਕਦੇ ਨਾ ਰੋਵਣਾ, ਨਾਉ ਨਾਨਕ ਬਖਸ਼ੀਸ ਮਨ ਮਾਹਿ ਪਰੋਵਣਾ। ਸ਼ਲੋਕ ਮਹੱਲਾ ਪੰਜਵਾ। ਜੀਵਦਿਆ ਨਾ ਚੇਤਿਓ ਮੁਆ ਰਲੰਦੜੋ ਖਾਕ, ਨਾਨਕ ਦੁਨੀਆ ਸੰਗ ਗੁਦਾਰਿਆ ਸਾਖਤ ਮੂੜ ਨਪਾਕ। ਮਹੱਲਾ ਪੰਜਵਾ। ਜੀਵੰਦਿਆ ਹਰ ਚੇਤਿਆ, ਮਰੰਦਿਆ ਹਰ ਰੰਗ। ਜਨਮ ਪਦਾਰਥ ਤਾਰਿਆ, ਨਾਨਕ ਸਾਧੂ ਸੰਗ। ਪੌੜੀ। ਆਦ ਜੁਗਾਦੀ ਆਪ ਰੱਖਣ ਵਾਲਿਆ, ਸਚ ਨਾਮ ਕਰਤਾਰ ਸੱਚ ਪਸਾਰਿਆ। ਊਣਾ ਕਹੀ ਨਾ ਹੋਏ ਘਟੇ ਘਟ ਸਾਰਿਆ, ਮਿਹਰਬਾਨ ਸਮਰੱਥ ਆਪੇ ਹੀ ਘਾਲਿਆ। ਜਿਨ ਮਨ ਬੁੱਠਾ ਆਪ ਸੇ ਸਦਾ ਸੁਖਾਲਿਆ, ਆਪੇ ਰਚਨ ਰਚਾਏ ਆਪੇ ਹੀ ਪਾਲਿਆ। ਸਭ ਕਿਛ ਆਪੇ ਆਪ ਬੇਅੰਤ ਅਪਾਰਿਆ, ਗੁਰ ਪੂਰੇ ਕੀ ਟੇਕ ਨਾਨਕ ਸੰਭਾਲਿਆ। ਸ਼ਲੋਕ ਮਹੱਲਾ ਪੰਜਵਾ।
ਆਦ ਮਧ ਅਰ ਅੰਤ ਪਰਮੇਸ਼ਰ ਰਖਿਆ। ਸਤਿਗੁਰ ਦਿੱਤਾ ਹਰ ਨਾਮ ਅੰਮ੍ਰਿਤ ਚਖਿਆ। ਸਾਧਾ ਸੰਗ ਅਪਾਰ ਅਨ ਦਿਨ ਹਰ ਗੁਣ ਰਵੈ। ਪਾਏ ਮਨੋਰਥ ਸਭ ਜੋਨੀ ਨਹਿ ਭਵੈ। ਸਭ ਕਿਛ ਕਰਤੇ ਹੱਥ ਕਾਰਨ ਜੋ ਕਰੈ। ਨਾਨਕ ਮੰਗੈ ਦਾਨ ਸੰਤਾ ਧੂਰ ਤਰੈ। ਮਹੱਲਾ ਪੰਜਵਾ। ਮਹੱਲਾ ਪੰਜਵਾ। ਤਿਸਨੋ ਮਨ ਵਸਾਏ ਜਿਨ ਉਪਾਇਆ। ਜਿਨ ਜਨ ਧਿਆਇਆ ਖਸਮ ਤਿਨ ਸੁਖ ਪਾਇਆ। ਸਫਲ ਜਨਮ ਪਰਵਾਨ ਗੁਰਮੁਖ ਆਇਆ। ਹੁਕਮੈ ਬੁੱਝ ਨਿਹਾਲ ਖਸਮ ਫੁਰਮਾਇਆ। ਜਿਸ ਹੋਆ ਆਪ ਕਿਰਪਾਲ ਸੋ ਨਹਿ ਪਰਮਾਇਆ। ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ। ਨਾਨਕ ਜਿਸ ਹੈ ਦਇਆਲ ਬੁਝਾਏ ਹੁਕਮ ਮਿਤ। ਜਿਸ ਹੈ ਭੁਲਾਏ ਆਪ ਮਰ ਮਰ ਜਮਹਿ ਨਿਤ। ਪੌੜੀ ਨਿੰਦਕ ਮਾਰੇ ਤਤਕਾਲ ਖੈਨ ਟਿਕਣ ਨਾ ਦਿੱਤੇ। ਪ੍ਰਭ ਦਾਸ ਕਾ ਦੁਖ ਨਾ ਖਾਵ ਸਕਹਿ। ਪ੍ਰਭ ਦਾਸ ਕਾ ਦੁਖ ਨਾ ਖਾਵ ਸਕਹਿ। ਫੜ ਜੋਨੀ ਜੁੱਤੇ ਮੱਥੇ ਵਾਲ ਪਛਾੜਿਆ ਨ ਜਮ ਮਾਰਗ ਮੁੱਤੇ। ਦੁਖ ਲੱਗੈ ਬਿਲ ਲਾਣਿਆ ਨਰਕ ਘੋਰ ਸੁੱਤੇ। ਕੰਠ ਲਾਏ ਦਾਸ ਰਖਿਆ ਨ ਨਾਨਕ ਹਰ ਸੱਤੇ। ਸ਼ਲੋਕ ਮਹੱਲਾ ਪੰਜਵਾ। ਰਾਮ ਜਪਹੁ ਵਡ ਭਾਗੀ ਹੋ ਜਲ ਥਲ ਪੂਰਨ ਸੋਏ। ਨਾਨਕ ਨਾਮ ਧਿਆਇਐ ਬਿਘਨ ਨਾ ਲਾਗੈ ਕੋਏ। ਜਿਵੇਂ ਪਹਿਲਾਂ ਵੀ ਬੇਨਤੀ ਕੀਤੀ ਸੀ, ਇਹ ਸ਼ਲੋਕ ਦੁਬਾਰਾ ਆਇਆ ਹੈ ਇਸ ਵਾਰ ਦੇ ਵਿੱਚ। ਪਿੱਛੇ 14ਵੀਂ ਪੌੜੀ ਦੇ ਨਾਲ ਇਹ ਸ਼ਲੋਕ ਆਇਆ ਸੀ। ਇੱਥੇ ਮੁੱਖ ਤੌਰ 'ਤੇ 4 ਫਰਕ ਉੱਥੇ ਨਾਲੋਂ ਆਏ ਨੇ। ਉੱਥੇ ਸੀ ਰਾਮ ਰਮਹੁ ਵੱਡ ਭਾਗੀ ਹੋ। ਇੱਥੇ ਹੈ ਰਾਮ ਜਪਹੁ ਵੱਡ ਭਾਗੀ ਹੋ। ਰਮਹੁ ਦੀ ਜਗ੍ਹਾ ਜਪਹੁ, ਵੱਡ ਭਾਗੀ ਹੋ ਉੱਥੇ ਬੱਬੇ ਨਾਲ ਸੀ, ਇੱਥੇ ਵੱਵੇ ਦੇ ਨਾਲ ਸੀ। ਜਲ ਥਲ ਪੂਰਨ ਸੋਏ, ਉੱਥੇ ਸੀ ਜਲ ਥਲ ਮਹੀਲ ਸੋਏ। ਨਾਨਕ ਨਾਮ ਧਿਆਇਐ, ਉੱਥੇ ਪਾਠ ਸੀ ਨਾਨਕ ਨਾਮ ਅਰਾਧਿਐ ਬਿਘਨ ਨਾ ਲਾਗੈ ਕੋਏ। ਸੋ ਇਹ 4 ਪ੍ਰਮੁੱਖ ਫਰਕ। ਰਮਹੁ ਦੀ ਜਗ੍ਹਾ ਜਪਹੁ, ਵੱਡ ਭਾਗੀ ਹੋ ਦੀ ਜਗ੍ਹਾ ਵੱਡ ਭਾਗੀ ਹੋ, ਮਹੀਲ ਦੀ ਜਗ੍ਹਾ ਪੂਰਨ ਤੇ ਅਰਾਧਿਆ ਦੀ ਜਗ੍ਹਾ ਧਿਆਇਐ। ਜਿਸ ਰੂਪ ਦੇ ਵਿੱਚ ਕੋਈ ਸ਼ਬਦ ਜਾਂ ਸ਼ਲੋਕ ਹੋਵੇ, ਸਾਨੂੰ ਪੂਰਨ ਰੂਪ ਵਿੱਚ ਉਸ ਨੂੰ ਉਸੇ ਤਰ੍ਹਾਂ ਹੀ ਕੰਠ ਕਰਨਾ ਚਾਹੀਦਾ, ਉਸੇ ਤਰ੍ਹਾਂ ਹੀ ਪੜ੍ਹਨਾ ਚਾਹੀਦਾ। ਇਹ ਨਹੀਂ ਕਿ ਅਸੀਂ ਇਹਨਾਂ ਦੋਹਾਂ ਸ਼ਲੋਕਾਂ ਨੂੰ ਰਲਗੱਡ ਕਰ ਦੇਈਏ, ਕੁਝ ਪਾਠ ਇਸ ਸ਼ਲੋਕ ਵਿੱਚੋਂ ਪੜ੍ਹ ਲਏ, ਕੁਝ ਉਹਦੇ ਵਿੱਚੋਂ ਪੜ੍ਹ ਲਏ। ਇਉਂ ਨਹੀਂ। ਜਿਸ ਰੂਪ ਵਿੱਚ ਉਚਾਰਨ ਹੋਏ ਨੇ ਪੂਰਾ ਉਸੇ ਰੂਪ ਵਿੱਚ ਕੰਠ ਕਰੀਏ, ਉਸੇ ਰੂਪ ਵਿੱਚ ਉਚਾਰਨ ਕਰੀਏ। ਅਗਲਾ ਸ਼ਲੋਕ ਕੋਟ ਬਿਘਨ ਤਿਸ ਲਾਗ ਤੇ, ਇਹ 15ਵੀਂ ਪੌੜੀ ਦੇ ਨਾਲ ਵੀ ਆਇਆ ਹੈ ਤੇ ਇੱਥੇ ਵੀ ਜਿਉਂ ਦਾ ਤਿਉਂ ਆਇਆ ਹੈ, ਕੋਈ ਫਰਕ ਨਹੀਂ। ਮਹੱਲਾ ਪੰਜਵਾ। ਕੋਟ ਬਿਘਨ ਤਿਸ ਲਾਗ ਤੇ ਜਿਸਨੋ ਵਿਸਰੈ ਨਾਉ। ਨਾਨਕ ਅਨ ਦਿਨ ਬਿਲਪ ਤੇ ਜਿਉ ਸੁਣੈ ਘਰ ਕਾਉ। ਪੌੜੀ ਸਿਮਰ ਸਿਮਰ ਦਾਤਾਰ ਮਨੋਰਥ ਪੂਰਿਆ। ਇਛ ਪੁੰਨੀ ਮਨ ਆਸ ਗਏ ਵਿਸੂਰਿਆ। ਪਾਇਆ ਨਾਮ ਨਿਧਾਨ ਜਿਸਨੋ ਭਾਲਦਾ। ਜੋਤ ਮਿਲੀ ਸੰਗ ਜੋਤ ਰਹਿਆ ਘਾਲਦਾ। ਸੁਖ ਸਹਿਜ ਆਨੰਦ ਬੁੱਠੇ ਤਿਤ ਘਰ। ਆਵਣ ਜਾਣ ਰਹੇ ਜਨਮ ਨਾ ਤਾਹ ਮਰ। ਸਾਹਿਬ ਸੇਵਕ ਇੱਕ ਇੱਕ ਦ੍ਰਿਸ਼ਟਾਇਆ। ਗੁਰ ਪ੍ਰਸਾਦ ਨਾਨਕ ਸੱਚ ਸਮਾਇਆ। ਸੁਧ ਰਾਗ ਗੋਜਰੀ ਭਗਤਾ ਕੀ ਬਾਣੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਕਬੀਰ ਜੀਓ ਕਾ ਚੌਪਦਾ ਘਰ ਦੂਜਾ। ਇਹ ਦੋਨੋਂ ਵਾਰ ਉਚਾਰਨ ਹੋਵੇਗਾ। ਦੂਜਾ ਲਿਖੇ ਜਾਣ ਤੋਂ ਭਾਵ ਕਿ ਇਸ ਨੂੰ ਦੋ ਜਾਂ ਦੂਸਰਾ ਕਰਕੇ ਨਹੀਂ ਪੜ੍ਹਨਾ। ਦੱਦੇ ਦੁਲੈਂਕੜ ਜੱਜੇ ਕੰਨਾ, ਇਉਂ ਦੂਜਾ ਉਚਾਰਨ ਕਰਨਾ ਹੈ। 4 ਪਾਵ ਦੋਏ ਸਿੰਘ ਗੁੰਗ ਮੁਖ। ਤਬ ਕੈਸੇ ਗੁਣ ਗਈ ਹੈ। ਊਠਤ ਬੈਠਤ ਠੇਗਾ ਪਰ ਹੈ। ਤਬ ਕਤ ਮੂਡ ਲੁਕਈ ਹੈ। ਹਰ ਬਿਨ ਬੈਲ ਬਿਰਾਨੇ ਹੋਈ ਹੈ। ਫਾਟੇ ਨਾਕਨ ਟੂਟੇ ਕਾਧਨ। ਕੋਦ ਕੋ ਭੁਸ ਖਈ ਹੈ। ਰਹਾਉ ਸਾਰੋ ਦਿਨ ਡੋਲਤ ਬਨ ਮਹੀਆ। ਅਜਹੋ ਨਾ ਪੇਟ ਅਗਹੀ ਹੈ। ਜਨ ਭਗਤਨ ਕੋ ਕਹੋ ਨਾ ਮਾਨੋ। ਕੀਓ ਆਪਣੋ ਪਈ ਹੈ। ਦੁਖ ਸੁਖ ਕਰਤ ਮਹਾਭ੍ਰਮ ਬੂਡੋ। ਅਨੇਕ ਜੋਨ ਪਰਮਈ ਹੈ।
ਰਤਨ ਜਨਮ ਖੋਇਓ ਪ੍ਰਭ ਬਿਸਰਿਓ ਇਹੋ ਅਵਸਰ ਕਤ ਪਈ ਹੈ ਭ੍ਰਮਤ ਫਿਰਤ ਤੇਲਕ ਕੇ ਕਪ ਜਿਉ ਗਾਤ ਬਿਨ ਰੈਨ ਬਿਹਈ ਹੈ ਕਹਿਤ ਕਬੀਰ RAM ਨਾਮ ਬਿਨ ਮੂੰਡ ਧੁਨੇ ਪਛੁਤਾਈ ਹੈ। ਸਾਰੀਆਂ ਪੰਕਤੀਆਂ ਦੇ ਨਾਲ ਹੈ ਦਾ ਉਚਾਰਨ ਵੱਖਰਾ ਹੋਵੇਗਾ। ਕਿਸੇ ਵੀ ਪੰਕਤੀ ਵਿੱਚ ਅੱਖਰ ਦੇ ਨਾਲ ਜੁੜਿਆ ਉਚਾਰਨ ਹੈ ਦਾ ਨਹੀਂ ਹੋਵੇਗਾ, ਵੱਖਰਾ ਉਚਾਰਨ ਕਰਨਾ। ਭ੍ਰਮਤ ਫਿਰਤ ਤੇਲਕ ਕੇ ਕਪ ਜਿਉ, ਭ੍ਰਮਤ ਮਮੇ ਦੇ ਉਚਾਰਨ ਦਾ ਖਿਆਲ ਤੇ ਕਪ ਜਿਉ, ਕਪ ਨਹੀਂ ਕਰਨਾ, ਅਦਕ ਨਹੀਂ ਲਗਾਉਣਾ, ਕਾਪ ਪੋਲਾ ਬੋਲਣਾ। ਹਜੀ ਹਾਂਜੀ ਹਾਂਜੀ। ਤੇਲਕ ਕੇ ਕਾਪ ਜਿਉ, ਤੇਲਕ ਕੇ ਇਉਂ ਨਹੀਂ ਬੋਲਣਾ। ਆਮ ਸਾਡਾ ਸੁਭਾਅ ਬਣਿਆ ਹੁੰਦਾ ਹੈ ਕਿ ਅਸੀਂ ਆਪਣੀ ਚਾਲ ਵਿੱਚ ਚੱਲਦਿਆਂ ਹੋਇਆਂ ਕੁਝ ਅੱਖਰਾਂ ਨੂੰ ਵਿੱਚੋਂ ਲੁਪਤ ਕਰ ਜਾਂਦੇ ਹਾਂ। ਇਉਂ ਨਹੀਂ ਕਿ ਭ੍ਰਮਤ ਫਿਰਤ ਤੇਲਕ ਕੇ ਕਪ ਜਿਉ, ਇਉਂ ਨਹੀਂ ਬੋਲਣਾ। ਭ੍ਰਮਤ ਫਿਰਤ ਤੇਲਕ ਕੇ ਕਪ ਜਿਉ, ਸਾਰੇ ਅੱਖਰ ਨਖੇੜ ਕੇ ਪਾਠ ਕਰਨਾ ਹੈ ਜੀ। ਗੂਜਰੀ ਘਰ ਤੀਜਾ ਮੁਸ ਮੁਸ ਰੋਵੈ ਕਬੀਰ ਕੀ ਮਾਈ ਇਹ ਬਾਰਕ ਕੈਸੇ ਜੀਵ ਹੈ ਰਘੁਰਾਈ ਤਨ ਨ ਬੁਨਨਾ ਸਭ ਤਜਿਓ ਹੈ ਕਬੀਰ ਹਰ ਕਾ ਨਾਮ ਲਿਖ ਲਿਓ ਸਰੀਰ ਰਹਾਉ ਜਬ ਲਗ ਤਾਗਾ ਬਾਹਉ ਬੇਹੀ ਤਬ ਲਗ ਬਿਸਰੈ RAM ਸਨੇਹੀ ਓਛੀ ਮਤ ਮੇਰੀ ਜਾਤ ਜੁਲਾਹਾ ਹਰ ਕਾ ਨਾਮ ਲਹਿਓ ਮੈਂ ਲਾਹਾ ਕਹਿਤ ਕਬੀਰ ਸੁਨਹੁ ਮੇਰੀ ਮਾਈ ਹਮਰਾ ਇਨਕਾ ਦਾਤਾ ਏਕ ਰਘੁਰਾਈ। ਗੂਜਰੀ ਸ੍ਰੀ ਨਾਮਦੇਵ ਜੀ ਕੇ ਪਦੇ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਾਉ ਰਾਜ ਦੇਹ ਤਾ ਕਵਨ ਬਡਾਈ ਜਾਉ ਭੀਖ ਮੰਗਾ ਵਹਿ ਤਾ ਕਿਆ ਘਟ ਜਾਈ। ਆਪ ਜੀ ਦਰਸ਼ਨ ਕਰ ਰਹੇ ਹੋ ਅਤੇ ਸਰਵਣ ਵੀ ਕੀਤਾ ਹੈ ਕਿ ਜੱਜੇ ਨੂੰ ਕਨੌੜੇ ਲੱਗੇ ਹੋਏ ਨੇ ਦੋਹਾਂ ਪੰਕਤੀਆਂ ਵਿੱਚ। ਜਾਓ ਰਾਜ ਦੇਹ, ਜਾਓ ਭੀਖ ਮੰਗਾਵੈ ਹੈ। ਆਮ ਤੌਰ ਤੇ ਜੋ ਬੋਲ ਜਾਂਦੇ ਨੇ, ਕਨੌੜੀ ਦੀ ਜਗ੍ਹਾ ਤੇ ਘੋੜੇ ਦੀ ਆਵਾਜ਼। ਭਾਈ ਖਿਆਲ ਰੱਖ ਕੇ ਪਾਠ ਕਰਨਾ। ਜਾਓ, ਜਾਓ ਰਾਜ ਦੇਹ ਤਾਂ ਕਵਨ ਵਡਾਈ, ਇੱਥੇ ਬੱਬੇ ਦਾ ਖਿਆਲ ਰੱਖਣਾ, ਵਡਾਈ ਨਹੀਂ ਕਹਿਣਾ। ਜਾਓ ਭੀਖ ਮੰਗਾਵਹਿ ਤਾਂ ਕਿਆ ਘਟ ਜਾਈ, ਘਟ ਜਾਈ, ਘਟ ਜਾਈ ਨਹੀਂ ਬੋਲਣਾ, ਭਾਵ ਕਿ ਘੱਗੇ ਤੇ ਅਦਕ ਦੀ ਆਵਾਜ਼ ਨਹੀਂ ਦੇਣੀ, ਘਟ ਜਾਈ, ਇਉਂ ਪਾਠ ਕਰਨਾ ਹੈ ਜੀ। ਤੂੰ ਹਰ ਭਜ ਮਨ ਮੇਰੇ ਪਦ ਨਿਰਬਾਨ ਬਹੁਰ ਨ ਹੋਏ ਤੇਰਾ ਆਵਨ ਜਾਨ ਰਹਾਉ ਸਭ ਤੈ ਉਪਾਈ ਭਰਮ ਭੁਲਾਈ ਜਿਸ ਤੂੰ ਦੇਵਹਿ ਤਿਸਹਿ ਬੁਝਾਈ ਸਤਿਗੁਰ ਮਿਲੈ ਤਾ ਸਹਸਾ ਜਾਈ ਕਿਸ ਹਉ ਪੂਜਾ ਦੂਜਾ ਨਦਰ ਨ ਆਈ ਏਕੈ ਪਾਥਰ ਕੀਜੈ ਭਾਉ ਦੂਜੈ ਪਾਥਰ ਧਰਿਐ ਪਾਉ ਜੇ ਉਹ ਦੇਉ ਤਾ ਉਹ ਵੀ ਦੇਵਾ ਕਹਿ ਨਾਮ ਦੇਉ ਹਮ ਹਰ ਕੀ ਸੇਵਾ। ਗੂਜਰੀ ਘਰ ਪਹਿਲਾ ਮਲੈ ਨ ਲਾਛੈ ਪਾਰ ਮਲੋ ਪਰ ਮਲਿਓ ਬੈਠੋ ਰੀ ਆਈ। ਪਰ ਮਲਿਓ ਇਹ ਪਦ ਧਿਆਨ ਦੇਣ ਯੋਗ ਹੈ। ਪਦ ਛੇਦ ਕਰਨ ਵਾਲਿਆਂ ਨੇ ਵੱਡੀ ਗਲਤੀ ਕਰਦਿਆਂ ਹੋਇਆਂ ਇੱਥੇ ਪਰਮ ਲੀਓ ਵੱਖਰਾ ਵੱਖਰਾ ਛਾਪ ਦਿੱਤਾ ਹੈ। ਸਰੂਪਾਂ ਦੇ ਵਿੱਚ ਇਉਂ ਛਾਪ ਰਿਹਾ ਹੈ ਪਰਮ ਲੀਓ ਬੈਠੋ ਰੀ ਆਈ, ਪਰ ਨਹੀਂ, ਪਰ ਮਲਿਓ ਪਾਠ ਇਕੱਠਾ ਕਰਨਾ ਹੈ। ਮਲੈ ਨਾ ਲਾਛੈ ਪਾਰ ਮਲੋ, ਇਹ ਵੱਖਰਾ ਵੱਖਰਾ ਹੈ। ਪਾਰ ਮਲੋ ਇਹ ਵੱਖ ਵੱਖ ਹੈ। ਪਰਮ ਲੀਓ ਨਹੀਂ ਬੋਲਣਾ, ਪਰ ਮਲਿਓ ਬੈਠੋ ਰੀ ਆਈ, ਇਉਂ ਪਾਠ ਕਰਨਾ ਹੈ। ਪਰ ਮਲਿਓ ਹਾਂਜੀ। ਆਵਤ ਕਿਨੈ ਨ ਪੇਖਿਓ ਕਵਨੈ ਜਾਣੈ ਰੀ ਬਾਈ ਕੌਣ ਕਹੈ ਕਿਣ ਬੂਝੀਐ ਰਮਈਆ ਆਕੁਲ ਰੀ ਬਾਈ। ਆਕੁਲ, ਆਕੁਲ ਦਾ ਖਿਆਲ ਰੱਖਣਾ, ਆਕੁਲ ਨਹੀਂ ਕਹਿਣਾ। ਰਹਾਉ ਜਿਉ ਆਕਾਸੈ ਪੰਖੀਅਲੋ ਖੋਜ ਨਿਰਖਿਓ ਨ ਜਾਈ ਜਿਉ ਜਲ ਮਾਝੈ ਮਾਛਲੋ ਮਾਰਗ ਪੇਖਣੋ ਨ ਜਾਈ ਜਿਉ ਆਕਾਸੈ ਘੜੂਅਲੋ ਮ੍ਰਿਗ ਤ੍ਰਿਸ਼ਨਾ ਭਰਿਆ ਨਾਮੇ ਚ ਸੁਆਮੀ ਬੀਠਲੋ ਜਿਨ ਤੀਨੈ ਜਰਿਆ। ਗੂਜਰੀ ਸ੍ਰੀ ਰਵਿਦਾਸ ਜੀ ਕੇ ਪਦੇ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਦੂਧ ਤਾ ਬਛਰੈ ਥਨਹੁ ਬਿਟਾਰਿਓ ਦੂਧ ਤਾ ਬਛਰੈ ਥਨਹੁ ਬਿਟਾਰਿਓ ਫੂਲ ਭਵਰ ਜਲ ਮੀਨ ਬਿਗਾਰਿਓ
ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵੋ ਅਵਰ ਨ ਫੂਲ ਅਨੂਪਨ ਪਾਵੋ ਮਾਈ ਗੋਬਿੰਦ ਪੂਜਾ ਕਹਾ ਲੈ ਚੜਾਵੋ ਚੜਾਵੋ ਪੋਲਾ ਕਰਕੇ ਨਹੀਂ ਬੋਲਣਾ, ਚੜਾਵੋ ਕੀ ਚੜਾਵਾਂ ਗੋਬਿੰਦ ਪ੍ਰਮਾਤਮਾ ਦੀ ਪੂਜਾ ਵਿੱਚ। ਅਵਰ ਨਾ ਫੂਲ ਅਨੂਪਨ ਪਾਵੋ, ਇਹ ਅਨੂਪਨ ਪਾਠ ਇਕੱਠਾ ਕਰਨਾ ਹੈ। ਦੂਸਰੇ ਅਰਥ ਵਿੱਚ ਅਨੂਪ ਨਾ ਪਾਵੋ ਵੱਖ-ਵੱਖ ਵੀ ਹੈ। ਪਦ ਛੇਦ ਸਰੂਪਾਂ ਵਿੱਚ ਇਹ ਅਨੂਪ ਅਤੇ ਨਾ ਵੱਖ-ਵੱਖ ਛਪਿਆ ਹੁੰਦਾ ਹੈ, ਪਰ ਇਹ ਪਾਠ ਇਕੱਠਾ ਕਰਨਾ ਅਨੂਪਨ ਪਾਵੋ। ਰਹਾਉ ਮੈਂ ਲਾਗਰ ਬੇਰੇ ਹੈ ਭੁਯੰਗਾ ਬਿਖ ਅੰਮ੍ਰਿਤ ਬਸ ਹੈ ਇੱਕ ਸੰਗਾ। ਬੇਰੇ ਹੈ ਵੇੜਿਆ ਹੋਇਆ ਭਾਵ ਘਿਰਿਆ ਹੋਇਆ। ਹਾਂਜੀ। ਧੂਪ ਦੀਪ ਨੈਵੇਦਹ ਬਾਸਾ ਕੈਸੇ ਪੂਜ ਕਰ ਹੈ ਤੇਰੀ ਦਾਸਾ। ਤਨ ਮਨ ਅਰਪਾਉ ਪੂਜ ਚੜਾਵੋ ਗੁਰ ਪ੍ਰਸਾਦ ਨਿਰੰਜਨ ਪਾਵੋ। ਪੂਜਾ ਅਰਚਾ ਆਹੇ ਨਾ ਤੋਰੀ ਕਹਿ ਰਵਿਦਾਸ ਕਵਨ ਗਾਤ ਮੋਰੀ। ਗੂਜਰੀ ਸ੍ਰੀ ਤ੍ਰਿਲੋਚਨ ਜੀਓ ਕੇ ਪਦੇ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਤ੍ਰਿਲੋਚਨ ਕਹਿਣ ਲੱਗਿਆ ਵੀ ਧਿਆਨ ਰੱਖਣਾ ਜੀ, ਕਦੇ ਤਰਲੋਚਨ ਹੀ ਨਾ ਕਹਿ ਦਈਏ, ਸਿਆਰੀ ਛੱਡ ਨਾ ਜਾਈਏ। ਗੂਜਰੀ ਸ੍ਰੀ ਤ੍ਰਿਲੋਚਨ ਜੀਓ ਕੇ ਪਦੇ ਘਰ ਪਹਿਲਾ। ਹਾਂਜੀ। ਗੋਜਰੀ ਸ੍ਰੀ ਤ੍ਰਿਲੋਚਨ ਜੀਓ ਕੇ ਪਦੇ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਅੰਤਰ ਮਲ ਨਿਰਮਲ ਨਹੀਂ ਕੀਨਾ ਬਾਹਰ ਭੇਖ ਉਦਾਸੀ। ਹਿਰਦੈ ਕਮਲ ਘਾਟ ਬ੍ਰਹਮ ਨਾ ਚੀਨਾ ਕਾਹੇ ਭਇਆ ਸੰਨਿਆਸੀ। ਚੀਨਾ ਹੀ ਬੋਲਣਾ ਹੈ, ਚੀਨਿਆ ਨਹੀਂ ਕਰਨਾ। ਕਈ ਅਣਜਾਣ ਪਾਠੀ ਚੀਨਿਆ ਕਰ ਜਾਂਦੇ ਨੇ। ਹਿਰਦੈ ਕਮਲ ਘਟ ਬ੍ਰਹਮ ਨਾ ਚੀਨਾ ਕਾਹੇ ਭਇਆ ਸੰਨਿਆਸੀ। ਭਰਮੇ ਭੂਲੀ ਰੇ ਜੈ ਚੰਦਾ ਨਹੀਂ ਨਹੀਂ ਚੀਨਿਆ ਪਰਮਾਨੰਦਾ ਰਹਾਉ। ਇੱਥੇ ਚੀਨਿਆ ਲਿਖਿਆ ਹੋਇਆ ਆ ਗਿਆ, ਇਸ ਨੂੰ ਇਸੇ ਰੂਪ ਵਿੱਚ ਪੜਾਂਗੇ। ਘਰ ਘਰ ਖਾਇਆ ਪਿੰਡ ਵਧਾਇਆ ਖਿੰਥਾ ਮੁੰਦਾ ਮਾਇਆ। ਭੂਮ ਮਸਾਣ ਕੀ ਭਸਮ ਲਗਾਈ ਗੁਰ ਬਿਨ ਤਤ ਨਾ ਪਾਇਆ। ਭੂਮ ਮਸਾਣ ਕੀ ਭਸਮ ਲਗਾਈ ਗੁਰ ਬਿਨ ਤਤ ਨਾ ਪਾਇਆ। ਕਾਇ ਜਪ ਹੋਰੇ ਕਾਇ ਤਪ ਹੋਰੇ ਕਾਇ ਬਿਲੋਵਹ ਪਾਣੀ। ਲੱਖ 84 ਜਿਨ ਉਪਾਈ ਸੋ ਸਿਮਰਹੁ ਨਿਰਬਾਣੀ। ਕਾਇ ਕਮੰਡਲ ਕਾਪੜਿਆ ਰੇ 68 ਕਾਇ ਫਿਰਾਹੀ। ਬਦਤ ਤ੍ਰਿਲੋਚਨ ਸੋਨ ਰੇ ਪ੍ਰਾਣੀ ਕਾਣ ਬਿਨ ਗਾਹ ਕੇ ਪਾਹੀ। ਗੂਜਰੀ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ। ਸਰਪ ਜੋਨ ਵਾਲ ਵਾਲ ਅਵਤਰੈ ਹਰੀ ਬਾਈ ਗੋਬਿੰਦ ਨਾਮ ਮਤ ਬੀਸਰੈ ਰਹਾਉ। ਅੰਤ ਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ। ਬੇਸਵਾ ਜੋਨ ਵਾਲ ਵਾਲ ਅਵਤਰੈ। ਅੰਤ ਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ। ਸੂਕਰ ਜੋਨ ਵਾਲ ਵਾਲ ਅਵਤਰੈ। ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ। ਪ੍ਰੇਤ ਜੋਨ ਵਾਲ ਵਾਲ ਅਵਤਰੈ। ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ। ਬਦਤ ਤਿਲੋਚਨ ਤੇ ਨਰ ਮੁਕਤਾ ਪੀਤੰਬਰ ਵਾ ਕੇ ਹਿਰਦੈ ਬਸੈ। ਖਾਲਸਾ ਜੀ, ਅਗਲਾ ਜੋ ਸ਼ਬਦ ਹੈ ਭਗਤ ਜੈਦੇਵ ਜੀ ਦਾ ਉਚਾਰਨ ਕੀਤਾ ਹੋਇਆ ਪਦਾ ਆਪ ਜੀ ਨੇ ਵਿਸ਼ੇਸ਼ ਧਿਆਨ ਨਾਲ ਸਰਵਣ ਕਰਨਾ ਹੈ। ਇਸ ਪਦੇ ਦਾ ਉਚਾਰਨ ਕਠਨ ਹੈ, ਮਹਿੰਗਾ ਹੈ। ਅੱਖਰਾਂ ਦੇ ਬੋਲਣ ਦਾ ਢੰਗ ਵੀ ਔਰ ਇਸ ਦੇ ਵਿਸਰਾਮ ਵੀ। ਵੱਡੇ ਵੱਡੇ ਕਹਾਉਣ ਵਾਲੇ ਪਾਠੀ ਵੀ ਇਹ ਪਦਾ ਪੜ੍ਹਨ ਲੱਗਿਆਂ ਪਾਠ ਗਲਤ ਕਰ ਜਾਂਦੇ ਨੇ, ਡੋਲ ਜਾਂਦੇ ਹਨ। ਤੇ ਕਈ ਤਾਂ ਜਦੋਂ ਸਪੀਕਰ ਵਿੱਚ ਪਾਠ ਹੁੰਦਾ ਹੋਵੇ ਨਾ, ਜੇ ਇਹ ਪਦਾ ਅੱਗੇ ਆ ਗਿਆ ਤਾਂ ਸਪੀਕਰ ਹੀ ਬੰਦ ਕਰ ਦਿੰਦੇ ਨੇ, ਮਾਈਕ ਹੀ ਪਰੇ ਕਰ ਦਿੰਦੇ ਨੇ। ਸੋ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ। ਸੰਪਰਦਾਵਾਂ ਵਿੱਚ ਜਦੋਂ ਇਹ ਸੰਥਿਆ ਕਰਾਈ ਜਾਂਦੀ ਹੈ ਨਾ, ਤਾਂ ਇਹਨਾਂ ਸ਼ਬਦਾਂ ਤੇ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਜਿਵੇਂ ਇਹ ਗੂਜਰੀ ਕਾ ਪਦਾ ਹੈ ਜੈਦੇਵ ਜੀ ਦਾ, ਧਨਾਸਰੀ ਵਿੱਚ ਭਗਤ ਨਾਮਦੇਵ ਜੀ ਦਾ ਸ਼ਬਦ ਹੈ। ਇਸੇ ਤਰ੍ਹਾਂ ਮਲਾਰ ਦੇ ਵਿੱਚ ਭਗਤ ਰਵਿਦਾਸ ਜੀ ਦੇ ਸ਼ਬਦ ਨੇ, ਸਹਿਸਕ੍ਰਿਤੀ ਸ਼ਲੋਕ ਹਨ, ਹੋਰ ਐਸੇ ਸ਼ਬਦ। ਇਹਨਾਂ ਵੱਲ ਵਿਸ਼ੇਸ਼ ਧਿਆਨ ਦੇ ਕੇ ਇਹਨਾਂ ਦਾ ਅਭਿਆਸ ਵਿਦਿਆਰਥੀਆਂ ਨੂੰ ਕਰਵਾਇਆ ਜਾਂਦਾ ਹੈ। ਆਪ ਜੀ ਨੂੰ ਤਾਂ ਇਹ ਮੌਕਾ ਮਿਲਿਆ ਹੈ 1 ਮਹੀਨੇ ਵਿੱਚ ਸੰਪੂਰਨ ਸੰਥਿਆ ਦਾ, ਪਰ ਜਦੋਂ ਸੰਪਰਦਾ ਵਿੱਚ ਸੰਥਿਆ ਕਰਾਈ ਜਾਂਦੀ ਹੈ ਨਾ, ਜਿਹੜਾ ਇੱਕ ਤੀਖਣ ਬੁੱਧੀ ਵਾਲਾ ਵੀ ਵਿਦਿਆਰਥੀ ਭਾਵੇਂ ਹੋਵੇ,
5 ਜਾਂ 6 ਅੰਗਾਂ ਤੋਂ ਵੱਧ ਸੰਥਿਆ ਇੱਕ ਦਿਨ ਵਿੱਚ ਨਹੀਂ ਕਰਾਈ ਜਾਂਦੀ। ਭਾਵ 5 ਜਾਂ 6 ਅੰਗ ਹੀ ਰੋਜ਼ ਕਰਾਏ ਜਾਂਦੇ ਨੇ, ਇਸ ਤੋਂ ਵੱਧ ਨਹੀਂ। ਤੇ ਉਸ ਨੂੰ ਵੀ ਕਈ ਵਾਰ ਪੜ੍ਹਨਾ। ਦਮਦਮੀ ਟਕਸਾਲ ਵਿੱਚ 25 ਵਾਰ ਘੱਟੋ ਘੱਟ ਪਕਾਉਣ ਦਾ ਵਿਧਾਨ ਹੈ। ਸੋ ਵਾਰ-ਵਾਰ ਪੜ੍ਹਨਾ। ਜੇ ਨਹੀਂ ਸਮਝ ਲੱਗੀ ਤਾਂ ਫਿਰ ਵਾਰ-ਵਾਰ ਸਿਖਾਉਣ ਵਾਲੇ ਉਸਤਾਦ ਕੋਲੋਂ ਪੁੱਛਣਾ। ਤੇ ਇਉਂ ਚੰਗੀ ਤਰ੍ਹਾਂ ਅਭਿਆਸ ਕਰਾਇਆ ਜਾਂਦਾ ਹੈ ਤਾਂ ਕਿ ਕਿਸੇ ਪ੍ਰਕਾਰ ਕੋਈ ਗਲਤ ਉਚਾਰਨ ਦੀ ਗੁੰਜਾਇਸ਼ ਨਾ ਰਹਿ ਜਾਵੇ। ਇਹ ਸੰਪਰਦਾਵਾਂ ਵਿੱਚ ਮਰਜ਼ਾਦਾ ਚੱਲੀ ਆ ਰਹੀ ਹੈ। ਔਰ ਇਥੋਂ ਤੱਕ ਕਿ ਇਹ ਜਿਹੜੇ ਕਠਨ ਸ਼ਬਦ ਹਨ ਇਹ ਤਾਂ ਕੰਠ ਕਰਾ ਦਿੱਤੇ ਜਾਂਦੇ ਨੇ, ਜ਼ੁਬਾਨੀ ਯਾਦ ਕਰਾਏ ਜਾਂਦੇ ਨੇ। ਤੇ ਇਹ ਵੀ ਪੜ੍ਹਾਈ ਦਾ ਤਰੀਕਾ ਹੈ ਸੰਪਰਦਾਵਾਂ ਵਿੱਚ। ਇਹ ਨਹੀਂ ਕਿ ਇਕੱਠੀ ਕਲਾਸ ਲੱਗ ਗਈ ਤੇ ਇਕੱਠਾ ਸਾਰਿਆਂ ਨੂੰ ਪੜ੍ਹਾਈ ਗਏ। ਜਿਹੜਾ ਤੇਜ਼ ਚੱਲਣ ਵਾਲਾ ਹੈ ਉਹ ਬਾਕੀਆਂ ਨਾਲ ਰੁਕਿਆ ਰਹੇ, ਤੇ ਜਿਹੜਾ ਕੋਈ ਨਹੀਂ ਸਮਝ ਵਾਲਾ, ਛੋਟੀ ਸਮਝ ਵਾਲਾ ਹੈ, ਉਹ ਐਵੇਂ ਹੀ ਅੱਗੇ ਤੁਰਿਆ ਜਾਵੇ। ਨਹੀਂ, ਜਿੰਨੀ ਕਿਸੇ ਦੀ ਸਮਰੱਥਾ ਹੈ ਮਿਹਨਤ ਕਰਨ ਦੀ, ਉਸ ਹਿਸਾਬ ਨਾਲ ਸੰਥਿਆ ਅੱਗੇ ਤੁਰਦੀ ਹੈ। ਤੇ ਫਿਰ ਜਦੋਂ ਸੰਥਿਆ ਕਰਾਉਣ ਵਾਲੇ ਉਸਤਾਦ ਇਕੱਲੇ ਸਿੰਘ ਕੋਲੋਂ ਸੁਣਦੇ ਨੇ, ਜਿਸ ਨੇ ਸ਼ੁੱਧ ਸੁਣਾ ਦਿੱਤਾ ਉਹਦੀ ਸੰਥਿਆ ਅੱਗੇ ਚੱਲੇਗੀ, ਜਿਨਨੇ ਸ਼ੁੱਧ ਨਹੀਂ ਸੁਣਾਇਆ ਉਹਨੂੰ ਫਿਰ ਦੁਬਾਰਾ ਉਹੀ ਪਕਾਉਣ ਦਾ ਹੁਕਮ ਕੀਤਾ ਜਾਵੇਗਾ। ਇਉਂ ਇਹ ਸੰਥਿਆ ਚੱਲਦੀ ਹੈ। ਸੋ ਵਿਸ਼ੇਸ਼ ਧਿਆਨ ਦੇਣਾ ਹੈ ਸ਼ਬਦ ਦੇ ਉਚਾਰਨ ਵੱਲ ਔਰ ਇਸ ਸ਼ਬਦ ਦੇ ਅੱਖਰਾਂ ਦੇ ਨਿਖੇੜੇ ਵੱਲ, ਤੇ ਨਾਲ ਜੋ ਵਿਸਰਾਮ ਲੱਗ ਰਹੇ ਨੇ ਭਾਈ ਸਾਹਿਬ ਜੀ ਆਪ ਜੀ ਨੂੰ ਸਰਵਣ ਕਰਾ ਰਹੇ ਨੇ, ਧਿਆਨ ਨਾਲ ਸਰਵਣ ਕਰਨਾ ਔਰ ਸਮਝਣਾ ਜੀ। ਗੋਜਰੀ ਸ੍ਰੀ ਜੈਦੇਵ ਜੀਓ ਕਾ ਪਦਾ ਘਰ ਚੌਥਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਰਮਾਦ ਪੁਰਖ ਮਨੋਪਿਮੰ ਸਤ ਆਦ ਭਾਵ ਰਤੰ। ਪਰਮਦ ਭੁਤੰ ਪਰਕ੍ਰਿਤ ਪਰੰ ਜਦ ਚਿੰਤ ਸਰਬਗਤੰ। ਕੇਵਲ ਰਾਮ ਨਾਮ ਮਨੋਰਮੰ ਬਦ ਅੰਮ੍ਰਿਤ ਤਤਮਯੰ। ਨ ਦਨੋਤ ਜ ਸਮਰਣੇਨ ਜਨਮ ਜਰਾਦ ਮਰਨ ਭਯੰ। ਰਹਾਉ। ਇੱਥੋਂ ਤੱਕ ਆਪ ਜੀ ਨੇ ਪੰਕਤੀਆਂ ਸਰਵਣ ਕਰ ਲਈਆਂ ਨੇ। ਫਿਰ ਸੁਣਨਾ ਪਰਮਾਦ ਪੁਰਖ ਮਨੋਪਿਮੰ। ਪੱਪੇ ਦੀ ਸਿਹਾਰੀ ਦਾ ਖਿਆਲ ਰੱਖਦਾ ਹੋਇਆ ਪ੍ਰਮਾਦ ਪੁਰਖ ਮਨੋਪਿਮੰ। ਇੱਥੇ ਵਿਸਰਾਮ ਆਇਆ ਹੈ ਸਤ ਆਦ ਭਾਵ ਰਤੰ। ਜਿਵੇਂ ਪਹਿਲਾਂ ਵੀ ਬੇਨਤੀ ਕੀਤੀ ਸੀ, ਅਖੀਰਲੇ ਅੱਖਰ ਉੱਪਰ ਟਿੱਪੀ ਹੋਵੇ ਤਾਂ ਉਹਦੀ ਆਵਾਜ਼ ਸਾਡੇ ਗਲੇ ਵਿੱਚ ਬੰਦ ਹੋ ਜਾਵੇਗੀ, ਉਸ ਤੋਂ ਬਾਅਦ ਕੋਈ ਅੱਖਰ ਉਚਾਰਨ ਨਹੀਂ ਕਰਨਾ। ਰਤੰ, ਇੱਥੇ ਰਤੰਗ ਇਉਂ ਕਰਕੇ ਨਹੀਂ ਬੋਲਣਾ। ਸਤ ਆਦ ਭਾਵ ਰਤੰ। ਪਰਮਦ ਭੁਤੰ, ਇਹ ਦੋ ਲਫ਼ਜ਼ਾਂ ਦਾ ਸੁਮੇਲ ਹੈ। ਪਰਮ ਆਦ ਭੁਤੰ, ਇਹ ਦੋ ਲਫ਼ਜ਼ ਹਨ। ਇਹਨਾਂ ਦੋਹਾਂ ਦੇ ਸੁਮੇਲ ਵਿੱਚੋਂ ਲਫ਼ਜ਼ ਬਣਿਆ ਪਰਮਦ ਭੁਤੰ। ਇਸ ਲਈ ਇਹਨੂੰ ਵੱਖਰਾ ਨਹੀਂ ਕਰਨਾ, ਇਕੱਠਾ ਉਚਾਰਨ ਕਰਨਾ ਹੈ। ਭੁਤੰ ਭਾਵ ਅਦਕ ਲਾ ਕੇ ਨਹੀਂ ਬੋਲਣਾ। ਅਦਭੁਤ, ਪਰਮ ਅਦਭੁਤ, ਤੱਤੇ ਤੇ ਟਿੱਪੀ ਲੱਗ ਕੇ ਬਣ ਗਿਆ ਪਰਮਦ ਭੁਤੰ। ਪਾਰਕ੍ਰਿਤ ਪਰੰ ਜਦ ਚਿੰਤ ਸਰਬਗਤੰ। ਕੇਵਲ ਰਾਮ ਨਾਮ ਮਨੋਰਮੰ ਬਦ ਅੰਮ੍ਰਿਤ ਤਤਮਯੰ। ਨਾ ਦਨੋਤ ਜ, ਇਹ ਜੱਜਾ ਇਕੱਲਾ ਹੈ, ਕਿਸੇ ਅੱਖਰ ਨਾਲ ਇਹਨੇ ਜੁੜਨਾ ਨਹੀਂ। ਨਾ ਦਨੋਤ ਜ ਸਮਰਣੇਨ, ਇਹ ਅੱਖਰ ਬੋਲਣ ਲਈ ਮਿਹਨਤ ਕਰਨੀ ਪਵੇਗੀ, ਅਭਿਆਸ ਕਰਨਾ ਪਵੇਗਾ ਤਾਂ ਬੋਲਿਆ ਜਾਵੇਗਾ। ਸਮਰਣੇਨ, ਨਾਣੇ ਉੱਪਰ ਲਾਮ ਅੱਗੇ ਨੰਨਾ। ਨਾ ਦਨੋਤ ਜ ਸਮਰਣੇਨ ਜਨਮ ਜਰਾਦ ਮਰਨ ਭਯੰ। ਰਹਾਉ। ਆਓ ਅੱਗੇ ਸਰਵਣ ਕਰੀਏ ਜੀ। ਰਹਾਉ। ਇਛਸ ਜਮਾਦ ਪਰਾਭਯੰ ਜਸ ਸਵਸਤ ਸੁਕ੍ਰਿਤ ਕ੍ਰਿਤੰ। ਭਵ ਭੂਤ ਭਾਵ ਸਮਭਯੰ ਪਰਮੰ ਪ੍ਰਸੰਨ ਮਿਦੰ। ਲੋਭਾਦ ਦ੍ਰਿਸ਼ਟ ਪਰ ਗ੍ਰਹੰ ਜਦ ਵਿਧ ਆਚਰਣੰ। ਤਜ ਸਕਲ ਦੁਖਕ੍ਰਿਤ ਦੁਰਮਤੀ ਭਜ ਚੱਕਰ ਧਰ ਸਰਣੰ। ਹਰ ਭਗਤ ਨਿਜ ਨਿਹ ਕੇਵਲਾ ਰਿਦ ਕਰਮਣਾ ਬਚਸਾ। ਜੋਗੇਨ ਕਿੰ ਜੱਗੇਨ ਕਿੰ ਦਾਨੇਨ ਕਿੰ ਤਪਸਾ। ਗੋਬਿੰਦ ਗੋਬਿੰਦ ਦੇਤ ਜਪ ਨਰ ਸਕਲ ਸਿੱਧ ਪਦੰ। ਜੈ ਦੇਵ ਆਇਓ ਤਸ ਸਫਟੰ ਭਵ ਭੂਤ ਸਰਬ ਗਤੰ। ਹਾਂਜੀ, ਇਛਸ ਜਮਾਦ ਪਰਾਭਯੰ ਜਸ ਸਵਸਤ। ਸਵਸਤ ਪਾਠ ਸੱਸੇ ਨੂੰ ਔਂਕੜ ਤੇ ਐੜੇ ਦੀ ਆਵਾਜ਼ ਨਾਲ ਹੋਵੇਗਾ। ਜਸ ਸਵਸਤ ਸੋਕ੍ਰਿਤ ਕ੍ਰਿਤੰ ਭਾਵ ਭੂਤ ਭਾਵ ਸਮਭਯੰ। ਸਮਭਯੰ ਬੋਲਣਾ ਮੰਮੇ ਉੱਪਰ ਥੋੜਾ ਵਜਨ ਦੇ ਕੇ। ਬਯੰ ਭਾਵ ਬੱਬੇ ਦੀ ਜੋ ਸਿਹਾਰੀ ਹੈ ਉਹ ਇਸ ਦੇ ਹੇਠਾਂ ਲੱਗੇ ਹੋਏ ਅਰਧ ਜਈਏ ਦੇ ਰੂਪ ਵਿੱਚ ਈੜੀ ਨੂੰ ਲੱਗੇਗੀ।
ਭਾਵ ਭੂਤ ਭਾਵ ਸਮੱਬਿਅੰ ਪਰਮੰ ਪ੍ਰਸੰਨ ਮਿਦੰ। ਪ੍ਰਸੰਨ ਮਿਦੰ ਸੰਬੰਧਕ ਕਰਨਾ ਹੈ ਆਪਸ ਵਿੱਚ। ਲੋਭਾਦ ਦ੍ਰਿਸ਼ਟ ਪਰ ਗ੍ਰਹੰ ਜਾਦ ਬੇਦ ਆਚਰਣੰ। ਆਚਰਣੰ ਆਚਰਣੰ ਸੋ ਇਉਂ ਪਾਠ ਇਸ ਦਾ ਕਰਨਾ ਹੈ। ਤਾਜ ਸਕਲ ਦੋਹ ਕ੍ਰਿਤ ਦੁਰਮਤੀ, ਮੰਮੇ ਉੱਪਰ ਥੋੜਾ ਵਜ਼ਨ ਆਵੇਗਾ। ਤਾਜ ਸਕਲ ਦੋ ਕ੍ਰਿਤ ਦੁਰਮਤੀ ਭਜ ਚੱਕਰ ਧਾਰ ਸਰਣੰ। ਹਰ ਭਗਤ ਨਿਜ ਨਿਹ ਕੇਵਲਾ ਰਿਦ ਕਰਮਣਾ ਬਚਸਾ ਜੋ ਗੇਨ ਕਿੰਗ। ਕਿੰਗ ਤੋਂ ਅੱਗੇ ਹੋਰ ਆਵਾਜ਼ ਨਹੀਂ ਆਉਣੀ। ਕਿੰਗ ਨਹੀਂ, ਕਿੰਨ ਨਹੀਂ, ਕਿਸੇ ਵੀ ਰੂਪ ਵਿੱਚ ਹੋਰ ਆਵਾਜ਼ ਨਹੀਂ ਆਉਣੀ। ਜੋ ਗੇਨ ਕਿੰਗ ਜਗੇਨ ਕਿੰਗ, ਜੱਜੇ ਉੱਪਰ ਵੀ ਥੋੜਾ ਵਜ਼ਨ ਆਉਣਾ ਹੈ। ਜਗੇਨ ਕਿੰਗ ਦਾਨੇਨ ਕਿੰਗ ਤਪਸਾ। ਗੋਬਿੰਦ ਗੋਬਿੰਦ ਦੇਤ ਜਪ ਨਰ ਸਕਲ ਸਿੱਧ ਪਦੰ। ਪਦੰ ਪੋਲਾ ਬੋਲਣਾ ਹੈ। ਜੈ ਦੇਵ ਆਇਓ ਤਸ ਸਫੁਟੰ। ਸਫਟੰ ਬੋਲਣਾ ਹੈ, ਫੱਫੇ ਨੂੰ ਔਂਕੜ ਲਾ ਕੇ, ਸਫੁਟੰ ਨਹੀਂ ਕਹਿਣਾ। ਆਮ ਤੌਰ ਤੇ ਕਈ ਅਣਜਾਣ ਸਫੁਟੰ ਬੋਲ ਜਾਂਦੇ ਨੇ। ਸਫਟੰ ਭਾਵ ਭੂਤ ਸਰਬ ਗਤੰ। ਇਹ ਇਸ ਪਦੇ ਦੇ ਉਚਾਰਨ ਦਾ ਆਪ ਜੀ ਨੇ ਜਿਵੇਂ ਭਾਈ ਸਾਹਿਬ ਜੀ ਪਾਸੋਂ ਸਰਵਣ ਕੀਤਾ ਹੈ, ਢੰਗ ਹੈ, ਤਰੀਕਾ ਹੈ, ਇਸ ਪ੍ਰਕਾਰ ਉਚਾਰਨ ਕਰਨਾ ਹੈ। ਅਭਿਆਸ ਕਰਨਾ ਪਵੇਗਾ, ਵਾਰ-ਵਾਰ ਅਭਿਆਸ ਕਰਨਾ ਪਵੇਗਾ। ਪਰ ਇਹ ਅਭਿਆਸ ਗਲਤ ਹੀ ਨਾ ਪੱਕ ਜਾਵੇ। ਸਹੀ ਉਚਾਰਨ ਵਾਰ-ਵਾਰ ਸੁਣ ਕੇ, ਵਾਰ-ਵਾਰ ਆਪਣੀ ਰਸਨਾ ਤੋਂ ਕਰਕੇ ਫਿਰ ਇਸ ਨੂੰ ਪਕਾਉਣਾ ਹੈ। ਫਿਰ ਪਾਠ ਦਾ ਉਚਾਰਨ ਸ਼ੁੱਧ ਹੋਵੇਗਾ ਜੀ। ਇੱਥੇ ਗੋਜਰੀ ਰਾਗ ਦੀ ਸੰਪੂਰਨਤਾ ਹੋਈ ਹੈ। ਅੱਗੇ ਦੇਵ ਗੰਧਾਰੀ ਆਰੰਭ ਹੋ ਰਿਹਾ ਹੈ। ਸਰਵਣ ਕਰੀਏ ਜੀ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਰਾਗ ਦੇਵ ਗੰਧਾਰੀ ਮਹੱਲਾ ਚੌਥਾ। ਘਰ ਪਹਿਲਾ। ਸੇਵਕ ਜਨ ਬਨੇ ਠਾਕੁਰ ਲਿਵ ਲਾਗੇ। ਜੋ ਤੁਮਰਾ ਜਸ ਕਹਤੇ ਗੁਰਮਤਿ ਤੈਨ ਮੁਖ ਭਾਗ ਸੁਭਾਗੇ। ਰਹਾਉ ਟੂਟੇ ਮਾਇਆ ਕੇ ਬੰਧਨ ਫਾਹੇ ਹਰ ਰਾਮ ਨਾਮ ਲਿਵ ਲਾਗੇ। ਹਮਰਾ ਮਨ ਮੋਹਿਓ ਗੁਰ ਮੋਹਨ ਹਮ ਬਿਸਮ ਭਈ ਮੁਖ ਲਾਗੇ। ਸਗਲੀ ਰੈਣ ਸੋਈ ਅੰਧਿਆਰੀ ਗੁਰ ਕਿੰਚਿਤ ਕਿਰਪਾ ਜਾਗੇ। ਜਨ ਨਾਨਕ ਕੇ ਪ੍ਰਭ ਸੁੰਦਰ ਸੁਆਮੀ ਮੋਹਿ ਤੁਮ ਸਰ ਅਵਰ ਨ ਲਾਗੇ। ਦੇਵ ਗੰਧਾਰੀ ਮੇਰੋ ਸੁੰਦਰ ਕਹ ਮਿਲੈ ਕੈਤ ਗਲੀ। ਹਰ ਕੇ ਸੰਤ ਬਤਾਵਹ ਮਾਰਗ ਹਮ ਪੀਛਾ ਲਾਗ ਚੱਲੀ। ਰਹਾਉ ਮੇਰੋ ਸੁੰਦਰ ਕਹੋ ਮਿਲੈ ਕਿਤ ਗਲੀ। ਗਲੀ ਬੋਲਣਾ ਹੈ। ਕਿਹੜੀ ਗਲੀ, ਕਿਹੜੇ ਰਸਤੇ, ਇਉਂ ਪਾਠ ਹੈ ਜੀ। ਪ੍ਰਿਯ ਕੇ ਬਚਨ ਸੁਖਾਨੇ ਹੀ ਅਰੈ ਇਹ ਚਾਲ ਬਣੀ ਹੈ ਭਲੀ। ਲਟੁਰੀ ਮਧੁਰੀ ਠਾਕੁਰ ਭਾਈ ਓਹ ਸੁੰਦਰ ਹਰ ਢੋਲ ਮਿਲੀ। ਏਕੋ ਪ੍ਰਿਯੋ ਸਖੀਆ ਸਭ ਪ੍ਰਿਯ ਕੀ ਜੋ ਭਾਵੈ ਫਿਰ ਸਾ ਭਲੀ। ਨਾਨਕ ਗਰੀਬ ਕਿਆ ਕਰੈ ਵਿਚਾਰਾ ਹਰ ਭਾਵੈ ਤਿਤ ਰਾਹ ਚੱਲੀ। ਦੇਵ ਗੰਧਾਰੀ ਮੇਰੇ ਮਨ ਮੁਖ ਹਰ 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 ਬੋਲੀਐ। ਗੁਰਮੁਖ ਰੰਗ ਚਲੂਲੈ ਰਾਤੀ ਹਰ ਪ੍ਰੇਮ ਭੀਨੀ ਚੋਲੀਐ। ਰਹਾਉ ਹਉ ਫਿਰੋ ਦੀਵਾਨੀ ਆਵਲ ਬਾਵਲ ਤਿਸ ਕਾਰਨ ਹਰ ਢੋਲੀਐ। ਕੋਈ ਮੇਲੈ ਮੇਰਾ ਪ੍ਰੀਤਮ ਪਿਆਰਾ ਹਮ ਤਿਸ ਕੀ ਗੋਲ ਗੋਲੀਐ। ਸਤਿਗੁਰ ਪੁਰਖ ਮਨਾਵਹੁ ਆਪਣਾ ਹਰ ਅੰਮ੍ਰਿਤ ਪੀ ਝੋਲੀਐ। ਗੁਰ ਪ੍ਰਸਾਦ ਨਾਨਕ ਗੁਰ ਪ੍ਰਸਾਦ ਜਨ ਨਾਨਕ ਪਾਇਆ ਹਰ ਲਾਧਾ ਦੇਹ ਟੋਲੀਐ। ਦੇਵ ਗੰਧਾਰੀ ਅਬ ਹਮ ਚੱਲੀ ਠਾਕੁਰ ਪਹਿਹਾਰ। ਜਬ ਹਮ ਸਰਣ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੈ ਮਾਰ। ਰਹਾਉ ਲੋਕਨ ਕੀ ਚਤੁਰਾਈ ਉਪਮਾ ਤੇ ਬੈ ਸੰਤਰ ਜਾਰ। ਕੋਈ ਭਲਾ ਕਹਾਓ ਭਾਵੈ ਬੁਰਾ ਕਹਾਓ ਹਮ ਤਨ ਦਿਓ ਹੈ ਢਾਰ। ਜੋ ਆਵਤ ਸਰਣ ਠਾਕੁਰ ਪ੍ਰਭ ਤੁਮਰੀ ਤਿਸ ਰਾਖਹੁ ਕਿਰਪਾ ਧਾਰ। ਜਨ ਨਾਨਕ ਸਰਣ ਤੁਮਾਰੀ ਹਰ ਜੀਉ ਰਾਖਹੁ ਲਾਜ ਮੁਰਾਰ। ਦੇਵ ਗੰਧਾਰੀ ਹਰ ਗੁਣ ਗਾਵੈ ਹਉ ਤਿਸ ਬਲਿਹਾਰੀ। ਦੇਖ ਦੇਖ ਜੀਵਾ ਸਾਧ ਗੁਰ ਦਰਸ਼ਨ ਜਿਸ ਹਿਰਦੈ ਨਾਮ ਮੁਰਾਰੀ। ਰਹਾਉ ਤੁਮ ਪਵਿੱਤਰ ਪਾਵਨ ਪੁਰਖ ਪ੍ਰਭ ਸੁਆਮੀ ਹਮ ਕਿਉ ਕਰ ਮਿਲਹਿ ਜੂਠਾਰੀ। ਹਮਰੇ ਜੀਏ ਮੁਖ ਹੋਰ ਹੋਤ ਹੈ। ਜੀਏ ਹੋਰ ਮੁਖ ਹੋਰ ਹੋਤ ਹੈ। ਹਮਰੇ ਜੀਏ ਹੋਰ ਮੁਖ ਹੋਰ ਹੋਤ ਹੈ। ਹਮ ਕਰਮਹੀਣ ਕੂੜਿਆਰੀ।
ਹਮਰੀ ਮੁਦਰ ਨਾਮ ਹਰ ਸੁਆਮੀ ਹਿਰਦਿ ਅੰਤਰ ਦੁਸ਼ਟ ਦੁਸ਼ਟਾਰੀ ਜਿਉ ਭਾਵੈ ਤਿਉ ਰਾਖਹੁ ਸੁਆਮੀ ਜਨ ਨਾਨਕ ਸਰਣ ਤੁਮਾਰੀ ਦੇਵ ਗੰਧਾਰੀ ਹਰ ਕੇ ਨਾਮ ਬਿਨਾ ਸੁੰਦਰ ਹੈ ਨਕਟੀ ਜਿਉ ਬੇਸਵਾ ਕੇ ਘਰ ਪੂਤ ਜਮਤ ਹੈ ਤਿਸ ਨਾਮ ਪਰਿਉ ਹੈ ਧਰਗਟੀ ਰਹਾਉ ਜਿਨ ਕੈ ਹਿਰਦੈ ਨਾਹਿ ਹਰ ਸੁਆਮੀ ਤੇ ਬਿਗੜ ਰੂਪ ਬੇਰਕਟੀ ਬਿਗੜ ਰੂਪ ਇਹ ਸੰਬੰਧਕ ਪਾਠ ਹੈ ਇਕੱਠਾ ਬੇਰਕਟੀ ਬੇਰਕਟੀ ਨਹੀਂ ਕਹਿਣਾ ਭਾਵ ਬੇਰਕਟੀ ਇਹ ਨਹੀਂ ਬੋਲਣਾ ਬੇਰਕਟੀ ਇਉਂ ਪਾਠ ਕਰਨਾ ਹੈ ਬਿਗੜ ਰੂਪ ਇਕੱਠਾ ਕਰਨਾ ਬੇਰਕਟੀ ਇਉਂ ਬੋਲਣਾ ਜੀ ਜਿਨ ਕੈ ਹਿਰਦੈ ਨਾਹਿ ਹਰ ਸੁਆਮੀ ਤੇ ਬਿਗੜ ਰੂਪ ਬੇਰਕਟੀ ਜਿਉ ਨਿਗੁਰਾ ਬਹੁ ਬਾਤਾ ਜਾਣੈ ਉਹ ਹਰ ਦਰਗਹ ਹੈ ਭ੍ਰਸ਼ਟੀ ਜਿਨ ਕਉ ਦਇਆਲ ਹੁਆ ਮੇਰਾ ਸੁਆਮੀ ਤਿਨ ਸਾਧ ਜਨਾ ਪਗ ਚਕਟੀ ਜਿਨ ਕਉ ਦਇਆਲ ਹੁਆ ਮੇਰਾ ਸੁਆਮੀ ਤਿਨ ਸਾਧ ਜਨਾ ਪਗ ਚਕਟੀ ਨਾਨਕ ਪਤਤ ਪਵਿੱਤ ਮਿਲ ਸੰਗਤ ਗੁਰ ਨਾਨਕ ਪਤਤ ਪਵਿੱਤ ਮਿਲ ਸੰਗਤ ਗੁਰ ਸਤਿਗੁਰ ਪਾਛੈ ਛੁਕਟੀ ਛੱਕਾ ਇੱਕ ਛੱਕਾ 6 ਸ਼ਬਦਾਂ ਦੇ ਸਮੂਹ ਨੂੰ ਕਿਹਾ ਜਾਂਦਾ ਹੈ ਔਰ ਖਾਸ ਤੌਰ ਤੇ ਇਹ ਅੱਖਰ ਦੇਵ ਗੰਧਾਰੀ ਰਾਗ ਵਿੱਚ ਵਰਤਿਆ ਗਿਆ ਹੈ ਦੇਵ ਗੰਧਾਰੀ ਵਿੱਚ ਇਹ ਵੀ ਇੱਕ ਵਿਸ਼ੇਸ਼ਤਾ ਆਈ ਹੈ ਕਿ ਇਹਦੇ ਵਿੱਚ ਹਰ ਸ਼ਬਦ ਨਾਲ ਮਹੱਲਾ ਨਹੀਂ ਲਿਖਿਆ ਹੋਇਆ ਇੱਕ ਵਾਰ ਪ੍ਰਕਰਣ ਆਰੰਭ ਹੋ ਜਾਂਦਾ ਹੈ ਤਾਂ ਅੱਗੇ ਇਕੱਲਾ ਦੇਵ ਗੰਧਾਰੀ ਅੱਖਰ ਹੀ ਆਉਂਦਾ ਹੈ ਕਿਤੇ ਕਿਤੇ ਮਹੱਲਾ ਵਿੱਚ ਆਵੇਗਾ ਨਹੀਂ ਤਾਂ ਇਕੱਲਾ ਦੇਵ ਗੰਧਾਰੀ ਸਿਰਲੇਖ ਆਉਂਦਾ ਹੈ ਤੇ ਛੱਕਾ ਇਹ ਵੀ ਛੱਕਿਆਂ ਦੀ ਗਿਣਤੀ ਇਹਦੇ ਵਿੱਚ ਕੀਤੀ ਹੈ 6 ਸ਼ਬਦਾਂ ਦੇ ਸਮੂਹ ਨੂੰ ਇੱਕ ਛੱਕਾ ਕਿਹਾ ਜਾਂਦਾ ਹੈ ਔਰ ਇੱਥੇ 6 ਸ਼ਬਦ ਸਤਿਗੁਰੂ ਰਾਮਦਾਸ ਜੀ ਦੇ ਉਚਾਰਨ ਕੀਤੇ ਸੰਪੂਰਨ ਹੋਏ ਇਸ ਲਈ ਛੱਕਾ ਇੱਕ ਛੱਕਾ ਭਾਵ 6 ਸ਼ਬਦਾਂ ਦਾ ਇੱਕ ਸਮੂਹ ਸੋ ਇਸ ਅੰਕ ਨੂੰ ਇੱਕ ਉਚਾਰਨ ਕਰਨਾ ਹੈ ਜੀ ਦੇਵ ਗੰਧਾਰੀ ਮਹੱਲਾ ਪੰਜਵਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮਾਈ ਗੁਰ ਚਰਣੀ ਚਿਤ ਲਾਈਐ ਪ੍ਰਭ ਹੋਏ ਕਿਰਪਾਲ ਕਮਲ ਪਰਗਾਸੇ ਸਦਾ ਸਦਾ ਹਰ ਧਿਆਈਐ ਰਹਾਉ ਅੰਤਰ ਏਕੋ ਬਾਹਰ ਏਕੋ ਸਭ ਮਹਿ ਏਕ ਸਮਾਈਐ ਘਟ ਅਵ ਘਟ ਰਵਿਆ ਸਭ ਠਾਈ ਹਰ ਪੂਰਨ ਬ੍ਰਹਮ ਦਿਖਾਈਐ ਉਸਤਤ ਕਰਹਿ ਸੇਵਕ ਮਨ ਕੇਤੇ ਤੇਰਾ ਅੰਤ ਨ ਕਤਹੂ ਪਾਈਐ ਸੁਖ ਦਾਤੇ ਦੁਖ ਭੰਜਨ ਸੁਆਮੀ ਜਨ ਨਾਨਕ ਸਾਧ ਬਲ ਜਾਈਐ ਦੇਵ ਗੰਧਾਰੀ ਮਾਈ ਹੋਨਹਾਰ ਸੋ ਹੋਈਐ ਮਾਈ ਹੋਨਹਾਰ ਸੋ ਹੋਈਐ ਰਾਜ ਰਹਿਓ ਰਚਨਾ ਪ੍ਰਭ ਆਪਣੀ ਕਹਾ ਲਾਭ ਕਹਾ ਖੋਈਐ ਰਹਾਉ ਕਹਿ ਫੂਲਹਿ ਆਨੰਦ ਬਿਖੈ ਸੋਗ ਕਬ ਹਸਨੋ ਕਬ ਰੋਈਐ ਕਬਹੂ ਮੈਲ ਭਰੇ ਅਭਿਮਾਨੀ ਕਬ ਸਾਧੂ ਸੰਗ ਧੋਈਐ ਕੋਇ ਨ ਮੇਟੈ ਪ੍ਰਭ ਕਾ ਕੀਆ ਦੂਸਰ ਨਾਹੀ ਅਲੋਈਐ ਕਹੋ ਨਾਨਕ ਤਿਸ ਗੁਰ ਬਲਿਹਾਰੀ ਜਿਹ ਪ੍ਰਸਾਦ ਸੁਖ ਸੋਈਐ ਕਹਿ ਫੂਲ ਹੈ ਆਨੰਦ ਬਿਖੈ ਸੋਗ ਇੱਥੇ ਵਿਸ਼ਰਾਮ ਹੈ ਆਨੰਦ ਐੜੇ ਦੇ ਕੰਨੇ ਦਾ ਖਿਆਲ ਰੱਖਣਾ ਕੋਇ ਨਾ ਮੇਟੈ ਪ੍ਰਭ ਕਾ ਕੀਆ ਦੂਸਰ ਨਾ ਹੀ ਅਲੋਈਐ ਨੰਨੇ ਦੇ ਕੰਨੇ ਨੂੰ ਖਿਆਲ ਵਿੱਚ ਰੱਖਣਾ ਨਹੀਂ ਅਲੋਈਐ ਨਹੀਂ ਪੜ ਜਾਣਾ ਦੇਵ ਗੰਧਾਰੀ ਮਾਈ ਸੁਨਤ ਸੋਚ ਭੈ ਡਰਤ ਮੇਰ ਤੇਰ ਤਜਾ ਅਭਿਮਾਨਾ ਸਰਨ ਸੁਆਮੀ ਕੀ ਪਰਤ ਰਹਾਉ ਜੋ ਜੋ ਕਹੈ ਸੋਈ ਭਲ ਮਾਨੋ ਨਾਹਿਨ ਕਾ ਬੋਲਤ ਕਰਤ ਨਾਹਿਨ ਕਾ ਬੋਲ ਕਰਤ ਦੂਸਰਾ ਰੂਪ ਹੈ ਨਾਹਿ ਨਾ ਕਾ ਬੋਲ ਕਰਤ ਪਦ ਛੇਦ ਵਿੱਚ ਇਉਂ ਛਪਿਆ ਹੁੰਦਾ ਹੈ ਪਰ ਆਪ ਜੀ ਨੇ ਨਾਹਿਨ ਪਾਠ ਪ੍ਰਮੁੱਖ ਰੱਖਣਾ ਜੋ ਜੋ ਕਹੈ ਸੋਈ ਭਲ ਮਾਨੋ ਨਾਹਿਨ ਕਾ ਬੋਲ ਕਰਤ ਨਿਮਖ ਨ ਬਿਸਰਾ ਹੀਏ ਮੋਰੇ ਤੇ ਬਿਸਰਤ ਜਾਈ ਹਉ ਮਰਤ ਸੁਖਦਾਈ ਪੂਰਨ ਪ੍ਰਭ ਕਰਤਾ ਮੇਰੀ ਬਹੁਤ ਇਆਨ ਪਜਰਤ ਨਿਰਗੁਣ ਕਰੂਪ ਕੁਲਹੀਨ ਨਾਨਕ ਹਉ ਨਿਰਗੁਣ ਕਰੂਪ ਕੁਲਹੀਨ ਨਾਨਕ ਹਉ ਆਨੰਦ ਰੂਪੀ ਸੁਆਮੀ ਭਰਤ ਆਨੰਦ ਰੂਪ ਨਿਰਗੁਣ ਕਰੂਪ ਕੁਲਹੀਨ ਨਾਨਕ ਹਉ ਆਨੰਦ ਰੂਪ ਸੁਆਮੀ ਭਰਤ ਹਉ ਤੇ ਵਿਸਰਾਮ ਹੈ ਨਿਰਗੁਣ ਕਰੂਪ ਕੁਲਹੀਨ ਨਾਨਕ ਹਉ ਆਨੰਦ ਰੂਪ ਸੁਆਮੀ ਭਰਤ ਹਾਂਜੀ
ਦੇਵ ਗੰਧਾਰੀ ਮਨ ਹਰ ਕੀਰਤ ਕਰ ਸਾਧੂ ਗਾਵਤ ਸੁਨਤ ਜਪਤ ਉਧਾਰੈ ਵਰਨ ਅਬਰਨ ਸਭ ਹੂੰ ਰਹਾਉ ਜਹ ਤੇ ਉਪਜਿਓ ਤਹੀ ਸਮਾਇਓ ਇਹ ਬਿਦ ਜਾਨੀ ਤਬ ਹੂੰ ਜਹਾ ਜਹਾ ਇਹ ਦੇਹੀ ਧਾਰੀ ਰਹਿਨ ਨ ਪਾਇਓ ਕਬ ਹੂੰ ਸੁਖ ਆਇਓ ਭੈ ਭਰਮ ਬਿਨਾਸੇ ਕਿਰਪਾਲ ਹੁਏ ਪ੍ਰਭ ਜਬ ਹੂ ਕਹੋ ਨਾਨਕ ਮੇਰੇ ਪੂਰੇ ਮਨੋਰਥ ਸਾਧ ਸੰਗ ਤਜ ਲਬ ਹੂੰ ਇੱਥੇ ਹਾਹੇ ਦੀ ਟਿੱਪੀ ਨੂੰ ਧਿਆਨ ਵਿੱਚ ਰੱਖਣਾ। ਜਿਵੇਂ ਸਾਰੀਆਂ ਪੰਕਤੀਆਂ ਨਾਲ ਹਾਹੇ ਦਵੈਂਕੜ ਉੱਪਰ ਟਿੱਪੀ ਆਈ ਹੈ, ਪਰ ਅਖੀਰਲੇ ਪਦੇ ਦੀ ਪਹਿਲੀ ਪੰਕਤੀ ਸੁਖ ਆਇਓ ਭੈ ਭਰਮ ਬਿਨਾਸੇ ਕਿਰਪਾਲ ਹੂਏ ਪ੍ਰਭ ਜਬ ਹੂ, ਇੱਥੇ ਟਿੱਪੀ ਨਹੀਂ, ਇਸ ਦੇ ਉਚਾਰਨ ਨੂੰ ਖਿਆਲ ਵਿੱਚ ਰੱਖਣਾ। ਦੇਵ ਗੰਧਾਰੀ ਮਨ ਜਿਉ ਆਪਣੇ ਪ੍ਰਭ ਭਾਵਉ ਨੀਚਹ ਨੀਚ ਨੀਚ ਅਤ ਨਾਨਾ ਹੋਏ ਗਰੀਬ ਬੁਲਾਵਉ ਰਹਾਉ ਅਨਕ ਅਡੰਬਰ ਮਾਇਆ ਕੇ ਬਿਰਥੇ ਤਾਸਿਓ ਪ੍ਰੀਤ ਘਟਾਵਉ ਜਿਉ ਆਪਣੋ ਸੁਆਮੀ ਸੁਖ ਮਾਨੈ ਤਾ ਮਹਿ ਸੋਭਾ ਪਾਵਉ ਦਾਸਨ ਦਾਸ ਰੇਣ ਦਾਸਨ ਕੀ ਜਨ ਕੀ ਟਹਿਲ ਕਮਾਵਉ ਸਰਬ ਸੁਖ ਵਡਿਆਈ ਨਾਨਕ ਜੀਵਾਉ ਮੁਖ ਬੁਲਾਵਉ ਦੇਵ ਗੰਧਾਰੀ ਪ੍ਰਭ ਜੀ ਤਉ ਪ੍ਰਸਾਦ ਭਰਮ ਡਾਰਿਓ ਤਉ ਪ੍ਰਸਾਦ ਭਰਮ ਡਾਰਿਓ ਤੁਮਰੀ ਕਿਰਪਾ ਤੇ ਸਭ ਕੋ ਆਪਣਾ ਮਨ ਮਹਿ ਇਹ ਵਿਚਾਰਿਓ ਰਹਾਉ ਕੋਟ ਅਪਰਾਧ ਮਿਟੇ ਤੇਰੀ ਸੇਵਾ ਦਰਸ਼ਨ ਦੁਖ ਉਤਾਰਿਓ ਨਾਮ ਜਪਤ ਮਹਾ ਸੁਖ ਪਾਇਓ ਚਿੰਤਾ ਰੋਗ ਬਿਦਾਰਿਓ ਕਾਮ ਕ੍ਰੋਧ ਲੋਭ ਝੂਠ ਨਿੰਦਾ ਸਾਧੂ ਸੰਗ ਬਿਸਾਰਿਓ ਮਾਇਆ ਕੇ ਬੰਧ ਕਾਟੇ ਮਾਇਆ ਬੰਧ ਕਾਟੇ ਕਿਰਪਾ ਨਿਧ ਨਾਨਕ ਆਪ ਉਧਾਰਿਓ ਦੇਵ ਗੰਧਾਰੀ ਮਨ ਸਗਲ ਸਿਆਨਪ ਰਹੀ ਕਰਨ ਕਰਾਵਨ ਹਾਰ ਸੁਆਮੀ ਨਾਨਕ ਓਟ ਗਹੀ ਰਹਾਉ ਆਪ ਮੇਟ ਪਏ ਸਰਨਾਈ ਇਹ ਮਤ ਸਾਧੂ ਕਹੀ ਪ੍ਰਭ ਕੀ ਆਗਿਆ ਮਾਨ ਸੁਖ ਪਾਇਆ ਭਰਮ ਅਧੇਰਾ ਲਹੀ ਜਾਨ ਪ੍ਰਬੀਨ ਸੁਆਮੀ ਪ੍ਰਭ ਮੇਰੇ ਸਰਣ ਤੁਮਾਰੀ ਅਹੀ ਖਿਨ ਮਹਿ ਥਾਪ ਉਥਾਪਨ ਹਾਰੇ ਕੁਦਰਤ ਕੀਮ ਨਾ ਪਹੀ ਦੇਵ ਗੰਧਾਰੀ ਮਹੱਲਾ ਪੰਜਵਾ ਹਰ ਪ੍ਰਾਨ ਪ੍ਰਭੂ ਸੁਖ ਦਾਤੇ ਗੁਰ ਪ੍ਰਸਾਦ ਕਾਹੂ ਜਾਤੇ ਰਹਾਉ ਸੰਤ ਤੁਮਾਰੇ ਤੁਮਰੇ ਪ੍ਰੀਤਮ ਤਿਨ ਕਉ ਕਾਲ ਨ ਖਾਤੇ ਰੰਗ ਤੁਮਾਰੇ ਲਾਲ ਭਏ ਹੈ RAM ਨਾਮ ਰਸ ਮਾਤੇ ਮਹਾ ਕਿਲ ਬਿਖ ਕੋਟ ਦੋਖ ਰੋਗਾ ਪ੍ਰਭ ਦ੍ਰਿਸ਼ਟ ਤੁਹਾਰੀ ਹਾਤੇ ਸੋਵਤ ਜਾਗ ਹਰ 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 ਗਾਇਆ ਨਾਨਕ ਗੁਰ ਚਰਨ ਪਰਾਤੇ ਦੇਵ ਗੰਧਾਰੀ ਪੰਜਵਾ ਸੋ ਪ੍ਰਭ ਜਾਤ ਕਦ ਪੇਖਿਓ ਨੈਣੀ ਸੁਖਦਾਈ ਜੀਵਨ ਕੋ ਦਾਤਾ ਅੰਮ੍ਰਿਤ ਜਾ ਕੀ ਬੈਣੀ ਰਹਾਉ ਇੱਥੇ ਮਹੱਲਾ ਅੱਖਰ ਵਿੱਚ ਨਹੀਂ ਆਇਆ, 5 ਅੰਕ ਆਇਆ ਹੈ। ਦੇਵ ਗੰਧਾਰੀ ਪੰਜਵਾ ਇਸੇ ਰੂਪ ਵਿੱਚ ਪਾਠ ਕਰਨਾ ਜੀ। ਅਗਿਆਨ ਅਧੇਰਾ ਸੰਤੀ ਕਾਟਿਆ ਜੀ ਅਦਾਨ ਗੁਰ ਦੈਣੀ ਕਰ ਕਿਰਪਾ ਕਰ ਲੀਨੋ ਆਪਣਾ ਜਲ ਤੇ ਸੀਤਲ ਹੋਣੀ। ਜਲ ਤੇ ਇਕੱਠਾ ਪਾਠ ਕਰਨਾ, ਜਾਲ ਤੇ ਵੱਖ-ਵੱਖ ਨਹੀਂ ਕਰਨਾ। ਜਲ ਤੇ ਸੀਤਲ ਹੋਣੀ, ਸੜਦੇ ਬਲਦੇ ਠੰਡੇ ਹੋ ਜਾਂਦੇ ਨੇ ਵਾਹਿਗੁਰੂ ਦੇ ਨਾਮ ਸਦਕਾ। ਕਰਮ ਧਰਮ ਕਿਛ ਉਪਜ ਨ ਆਇਓ ਨਹਿ ਉਪਜੀ ਨਿਰਮਲ ਕਰਨੀ ਛਾੜ ਸਿਆਨਪ ਸੰਜਮ ਨਾਨਕ ਲਾਗੋ ਗੁਰ ਕੀ ਚਰਣੀ। ਦੇਵ ਗੰਧਾਰੀ ਪੰਜਵਾ ਹਰ RAM ਨਾਮ ਜਪ ਲਾਹਾ ਗਤ ਪਾਵਹਿ ਸੁਖ ਸਹਿਜ ਅਨੰਦਾ ਕਾਟੇ ਜਾਮ ਕੇ ਫਾਹਾ ਰਹਾਉ ਖੋਜਤ ਖੋਜ ਵਿਚਾਰਿਓ ਹਰ ਸੰਤ ਜਾਣਾ ਪਹਿ ਆਹਾ ਬਿਨਾ ਪ੍ਰਾਪਤ ਇਹੋ ਨਿਧਾਨਾ ਜਿਨ ਕੈ ਕਰਮ ਲਿਖਾਹਾ ਸੇ ਬੜ ਭਾਗੀ ਸੇ ਪਤਵੰਤੇ ਸੇਈ ਪੂਰੇ ਸਾਹਾ ਸੁੰਦਰ ਸੁਗੜ ਸਰੂਪ ਤੇ ਨਾਨਕ ਜਿਨ ਹਰ ਹਰ ਨਾਮ ਵਿਸਾਹਾ। ਦੇਵ ਗੰਧਾਰੀ ਪੰਜਵਾ ਮਨ ਕਹਿ ਅਹੰਕਾਰ ਅਫਾਰਾ ਦੁਰਗੰਧ ਅਪਵਿੱਤਰ ਅਪਾਵਨ ਭੀਤਰ ਜੋ ਦੀਸੈ ਸੋ ਛਾਰਾ ਰਹਾਉ ਜਿਨ ਕੀਆ ਤਿਸ ਸਿਮਰ ਪ੍ਰਾਨੀ ਜਿਉ ਪ੍ਰਾਨ ਜਿਨ ਧਾਰਾ ਤਿਸਹਿ ਤਿਆਗ ਅਵਰ ਲਪਟਾਵਹਿ ਮਰ ਜਨਮਹਿ ਮੁਗਧ ਗਵਾਰਾ ਅੰਧ ਗੁੰਗ ਪਿੰਗੁਲ ਮਤਹੀਨਾ ਪ੍ਰਭ ਰਾਖਹੁ ਰਾਖਨਹਾਰਾ
ਕਰਨ ਕਰਾਵਨ ਹਾਰ ਸਮਰੱਥਾ, ਕਿਆ ਨਾਨਕ ਜੰਤ ਵਿਚਾਰਾ। ਦੇਵ ਗੰਧਾਰੀ ਪੰਜਵਾ, ਸੋ ਪ੍ਰਭ ਨੇਰੈ ਹੂ ਤੇ ਨੇਰੈ। ਸਿਮਰ ਧਿਆਇ ਗਾਏ ਗੁਣ ਗੋਬਿੰਦ, ਦਿਨ ਰੈਨ ਸਾਂਝ ਸਵੇਰੈ। ਰਹਾਉ ਉਦਰ ਦੇਹ ਦੁਲਭ ਸਾਧੂ ਸੰਗ, ਹਰ ਹਰ ਨਾਮ ਜਪੇਰੈ। ਘਰੀ ਨਾ ਮੋਹਤ ਨਾ ਚਸਾ ਬਿਲੰਬਹੁ, ਕਾਲ ਨਿਤ ਹੈ ਨਿਤ ਹੇਰੈ। ਆਂਧ ਬਿਲਾ ਤੇ ਕਾਢਹੁ ਕਰਤੇ, ਕਿਆ ਨਾਹੀ ਘਰ ਤੇਰੈ। ਨਾਮ ਆਧਾਰ ਦੀਜੈ ਨਾਨਕ ਕਉ, ਆਨੰਦ ਸੁਖ ਕਨੇਰੈ। ਛੱਕੇ ਦੋ ਦੇਵ ਗੰਧਾਰੀ ਪੰਜਵਾ, ਮਨ ਗੁਰ ਮਿਲ ਨਾਮ ਅਰਾਧਿਓ। ਸੁਖ ਸਹਿਜ ਆਨੰਦ ਮੰਗਲ ਰਸ, ਜੀਵਨ ਕਾ ਮੂਲ ਬਾਧਿਓ। ਇਸ ਆਨੰਦ ਸੂਖ ਕਨੇਰਾ ਤੱਕ ਆਪਾਂ ਅੰਕ ਵੇਖੀਏ 2 ਤੇ 12 ਹੈ ਅੱਗੇ। 2 ਤੋਂ ਭਾਵ ਸ਼ਬਦ ਦੇ 2 ਪਦੇ ਹਨ। 12 ਤੋਂ ਭਾਵ ਕਿ ਇਥੋਂ ਤੱਕ ਪੰਚਮ ਪਾਤਸ਼ਾਹ ਜੀ ਦੇ 12 ਸ਼ਬਦ ਆਏ ਨੇ। ਇਉਂ 2 ਸ਼ੱਕਿਆਂ ਦਾ ਸਮੂਹ ਬਣਿਆ। ਸ਼ੱਕੇ 2 ਇਸ ਲਈ ਇਹ ਕਹੇ ਗਏ ਨੇ। ਰਹਾਉ ਕਰ ਕਿਰਪਾ ਆਪਣਾ ਦਾਸ ਕੀਨੋ, ਕਾਟੇ ਮਾਇਆ ਫਾਧਿਓ। ਭਾਉ ਭਗਤ ਗਾਏ ਗੁਣ ਗੋਬਿੰਦ, ਜਾਮ ਕਾ ਮਾਰਗ ਸਾਧਿਓ। ਭਇਓ ਅਨੁਗ੍ਰਹ ਮਿਟਿਓ ਮੋਰਚਾ, ਅਮੋਲ ਪਦਾਰਥ ਲਾਧਿਓ। ਬਲਿਹਾਰੈ ਨਾਨਕ ਲਖ ਬੇਰਾ, ਮੇਰੇ ਠਾਕੁਰ ਅਗਮ ਅਗਾਧਿਓ। ਦੇਵ ਗੰਧਾਰੀ ਪੰਜਵਾ, ਮਾਈ ਜੋ ਪ੍ਰਭ ਕੇ ਗੁਣ ਗਾਵੈ। ਸਫਲ ਆਇਆ ਜੀਵਨ ਫਲ ਤਾਕੋ, ਪਾਰ ਬ੍ਰਹਮ ਲਿਵ ਲਾਵੈ। ਰਹਾਉ ਸੁੰਦਰ ਸੁਘੜ ਸੂਰ ਸੋ ਬੇਤਾ, ਜੋ ਸਾਧੂ ਸੰਗ ਪਾਵੈ। ਨਾਮ ਉਚਾਰ ਕਰੇ ਹਰ ਰਸਨਾ, ਬਹੁੜ ਨ ਜੋਨੀ ਧਾਵੈ। ਪੂਰਨ ਬ੍ਰਹਮ ਰਵਿਆ ਮਨ ਤਨ ਮਹਿ, ਆਨ ਨ ਦ੍ਰਿਸ਼ਟੀ ਆਵੈ। ਨਰਕ ਰੋਗ ਨਹੀਂ ਹੋਵਤ ਜਨ ਸੰਗ, ਨਾਨਕ ਜਿਸ ਲੜ ਲਾਵੈ। ਦੇਵ ਗੰਧਾਰੀ ਪੰਜਵਾ, ਚੰਚਲ ਸੁਪਨੈ ਹੀ ਉਰਝਾਇਓ। ਇਤਨੀ ਨਾ ਬੂਝੈ ਕਬਹੂ ਚਲਨਾ, ਬਿਕਲ ਭਇਓ ਸੰਗ ਮਾਇਓ। ਰਹਾਉ ਕੁਸਮ ਰੰਗ ਸੰਗ ਰਸ ਰਚਿਆ, ਬਿਖਿਆ ਏਕ ਉਪਾਇਓ। ਲੋਭ ਸੁਨੈ ਮਨ ਸੁਖ ਕਰ ਮਾਨੈ, ਬੇਗ ਤਹਾ ਉਠ ਧਾਇਓ। ਫਿਰਤ ਫਿਰਤ ਬਹੁਤ ਸ਼ਰਮ ਪਾਇਓ, ਸੰਤ ਦੁਆਰੈ ਆਇਓ। ਕਰੀ ਕਿਰਪਾ ਪਾਰ ਬ੍ਰਹਮ ਸੁਆਮੀ, ਨਾਨਕ ਲਿਓ ਸਮਾਇਓ। ਦੇਵ ਗੰਧਾਰੀ ਪੰਜਵਾ, ਸਰਬ ਸੁਖਾ ਗੁਰ ਚਰਨਾ, ਕਲਮਲ ਡਾਰਨ ਮਨ ਹੈ ਸਧਾਰਨ। ਇਹ ਆਸਰ ਮੋਹਿ ਤਰਨਾ। ਰਹਾਉ ਪੂਜਾ ਅਰਚਾ ਸੇਵਾ ਬੰਦਨ, ਇਹ ਟਹਿਲ ਮੋਹਿ ਕਰਨਾ। ਬਿਗਸੈ ਮਨ ਹੋਵੈ ਪਰਗਾਸਾ, ਬਹੁਰ ਨ ਗਰਭ ਹੈ ਪਰਨਾ। ਸਫਲ ਮੂਰਤ ਪਰਸਉ ਸੰਤਨ ਕੀ, ਇਹ ਧਿਆਨਾ ਧਰਨਾ। ਭਇਓ ਕਿਰਪਾਲ ਠਾਕੁਰ ਨਾਨਕ ਕਉ, ਪਰਿਓ ਸਾਧ ਕੀ ਸਰਨਾ। ਦੇਵ ਗੰਧਾਰ ਮਹੱਲਾ ਪੰਜਵਾ। ਇੱਥੇ ਦੇਵ ਗੰਧਾਰ ਸਰਲੇਖ ਸ਼ੁੱਧ ਹੈ। ਆਮ ਤੌਰ ਤੇ ਹੁਣ ਸਰੂਪਾਂ ਦੇ ਵਿੱਚ ਵੀ ਇੱਥੇ ਬਿਹਾਰੀ ਲਗਾ ਦਿੱਤੀ ਗਈ ਹੈ, ਦੇਵ ਗੰਧਾਰੀ ਬਣਾ ਦਿੱਤਾ ਹੈ। ਪਰ ਦੇਵ ਗੰਧਾਰੀ ਰਾਗ ਔਰ ਦੇਵ ਗੰਧਾਰ ਰਾਗ ਦਾ ਸੁਰਾਂ ਦਾ ਫਰਕ ਹੈ। ਦੇਵ ਗੰਧਾਰ ਇੱਕ ਵੱਖਰਾ ਰਾਗ ਹੈ, ਜਿਸ ਦਾ ਇੱਕ ਸ਼ਬਦ ਇਹ ਸਤਿਗੁਰੂ ਮਹਾਰਾਜ ਜੀ ਨੇ ਇੱਥੇ ਰੱਖਿਆ ਹੈ ਜੀ। ਇਹ ਦੇਵ ਗੰਧਾਰ ਸ਼ੁੱਧ ਹੈ, ਇਹੋ ਰੂਪ ਵਿੱਚ ਪਾਠ ਸਹੀ ਹੈ। ਆਪਣੇ ਹਰ ਪਹਿ ਬਿਨਤੀ ਕਹੀਐ, ਚਾਰ ਪਦਾਰਥ ਆਨੰਦ ਮੰਗਲ ਨਿਧ। ਸੁਖ ਸਹਿਜ ਸਿੱਧ ਲਹੀਐ। ਰਹਾਉ ਮਾਨ ਤਿਆਗ ਹਰ ਚਰਨੀ ਲਾਗੋ, ਤਿਸ ਪ੍ਰਭ ਅੰਚਲ ਗਹੀਐ। ਆਂਚ ਨ ਲਾਗੈ ਅਗਨ ਸਾਗਰ ਤੇ, ਸਰਨ ਸੁਆਮੀ ਕੀ ਅਹੀਐ। ਕੋਟ ਅਪਰਾਧ ਮਹਾ ਅਕਿਰਤ ਘਨ, ਬਹੁਰ ਬਹੁਰ ਪ੍ਰਭ ਸਹੀਐ। ਕਰੁਣਾ ਮੈਂ ਵੱਖਰਾ ਛਪਿਆ ਹੋਇਆ। ਹਾਂਜੀ, ਕਰੁਣਾ ਮੈਂ ਸੰਬੰਧਕ ਰੂਪ ਵਿੱਚ ਇਕੱਠਾ ਹੈ ਜੀ। ਕਰੁਣਾ ਮੈਂ ਪੂਰਨ ਪਰਮੇਸ਼ਵਰ, ਨਾਨਕ ਤਿਸ ਸਰਨਹੀਐ। ਦੇਵ ਗੰਧਾਰੀ ਪੰਜਵਾ, ਗੁਰ ਕੇ ਚਰਨ ਹਿਰਦੈ ਪਰਵੇਸਾ। ਰੋਗ ਸੋਗ ਸਭ ਦੁਖ ਬਿਨਾਸੇ, ਉਤਰੇ ਸਗਲ ਕਲੇਸਾ। ਰਹਾਉ ਜਨਮ ਜਨਮ ਕੇ ਕਿਲ ਬਿਖ ਨਾਸ ਹੈ, ਕੋਟ ਮੱਜਨ ਇਸਨਾਨਾ। ਨਾਮ ਨਿਧਾਨ ਗਾਵਤ ਗੁਣ ਗੋਬਿੰਦ, ਲਾਗੋ ਸਹਿਜ ਧਿਆਨਾ। ਕਰ ਕਿਰਪਾ ਆਪਣਾ ਦਾਸ ਕੀਨੋ, ਬੰਧਨ ਤੋਰ ਨਿਰਾਰੇ। ਜਪ ਜਪ ਨਾਮ ਜੀਵਾ ਤੇਰੀ ਬਾਣੀ, ਨਾਨਕ ਦਾਸ ਬਲਿਹਾਰੇ। ਛੱਕੇ ਤਿੰਨ। ਦੇਵ ਗੰਧਾਰੀ ਮਹੱਲਾ ਪੰਜਵਾ।
ਮਾਈ ਪ੍ਰਭ ਕੇ ਚਰਨ ਨਿਹਾਰੋ, ਕਰਹੁ ਅਨੁਗ੍ਰਹ ਸੁਆਮੀ ਮੇਰੇ, ਮਨ ਤੇ ਕਬਹੁ ਨਾ ਡਾਰਉ ਰਹਾਉ। ਸਾਧੂ ਧੂਰ ਲਾਈ ਮੁਖ ਮਸਤਕ, ਕਾਮ ਕ੍ਰੋਧ ਬਿਖ ਜਾਰਉ। ਸਭ ਤੇ ਨੀਚ ਆਤਮ ਕਰ ਮਾਨਉ, ਮਨ ਮਹਿ ਇਹੋ ਸੁਖ ਧਾਰਉ। ਗੁਣ ਗਾਵਹਿ ਠਾਕੁਰ ਅਬਿਨਾਸੀ, ਕਲਮਲ ਸਗਲੇ ਝਾਰਉ। ਨਾਮ ਨਿਧਾਨ ਨਾਨਕ ਦਾਨ ਪਾਵਉ, ਕੰਠ ਲਾਏ ਔਰ ਧਾਰਉ। ਦੇਵ ਗੰਧਾਰੀ ਮਹੱਲਾ ਪੰਜਵਾ। ਪ੍ਰਭ ਜੀਉ ਪੇਖਉ ਦਰਸ ਤੁਮਾਰਾ, ਸੁੰਦਰ ਧਿਆਨ ਧਾਰ ਦਿਨ ਰੈਨੀ। ਜੀ ਪ੍ਰਾਨ ਤੇ ਪਿਆਰਾ ਰਹਾਉ। ਸ਼ਾਸਤਰ ਵੇਦ ਪੁਰਾਨ ਅਵਲੋਕੇ, ਸਿਮਰਤ ਤਤ ਵਿਚਾਰਾ। ਦੀਨਾਨਾਥ ਪ੍ਰਾਨਪਦ ਵਿਚਾਰਾ। ਸ਼ਾਸਤਰ ਵੇਦ ਪੁਰਾਨ ਅਵਲੋਕੇ, ਸਿਮਰਤ ਤਤ ਵਿਚਾਰਾ। ਦੀਨਾਨਾਥ ਪ੍ਰਾਨਪਦ ਪੂਰਨ, ਭਵਜਲ ਉਧਰਨ ਹਾਰਾ। ਆਦ ਜੁਗਾਦ ਭਗਤ ਜਨ ਸੇਵਕ, ਤਾਕੀ ਤਾਕੀ ਵਿਖੈ ਆਧਾਰਾ। ਤਾਕੀ ਪਾਠ ਇਕੱਠਾ ਹੈ ਜੀ, ਹਾਂਜੀ ਇਕੱਠਾ ਹੈ। ਤਾਕੀ ਵਿਖੈ ਆਧਾਰਾ, ਤੱਕੀ ਹੈ, ਹਾਂਜੀ ਆਸਰਾ ਤੱਕਿਆ ਹੈ। ਤਾਕੀ ਵਿਖੈ ਆਧਾਰਾ। ਆਦ ਜੁਗਾਦ ਭਗਤ ਜਨ ਸੇਵਕ, ਤਾਕੀ ਬਿਖੈ ਆਧਾਰਾ। ਤਿਨ ਜਨ ਕੀ ਧੂਰ ਬਾਛੈ ਨਿਤ ਨਾਨਕ, ਪਰਮੇਸ਼ਰ ਦੇਵਨਹਾਰਾ। ਦੇਵ ਗੰਧਾਰੀ ਮਹੱਲਾ ਪੰਜਵਾ। ਤੇਰਾ ਜਨ ਰਾਮ ਰਸਾਇਣ ਮਾਤਾ, ਮਾਤਾ ਇਉਂ ਕੱਸ ਕੇ ਬੋਲਣਾ। ਪ੍ਰੇਮ ਰਸਾ ਨਿਧ ਜਾ ਕਉ ਉਪਜੀ, ਛੋੜ ਨ ਕਤਹੂ ਜਾਤਾ ਰਹਾਉ। ਬੈਠਤ ਹਰ ਹਰ ਸੋਵਤ ਹਰ ਹਰ, ਹਰ ਰਸ ਭੋਜਨ ਖਾਤਾ। 68 ਤੀਰਥ ਮੱਜਨ ਕੀਨੋ, ਸਾਧੂ ਧੂਰੀ ਨਾਤਾ। ਸਫਲ ਜਨਮ ਹਰ ਜਨ ਕਾ ਉਪਜਿਆ, ਜਿਨ ਕੀਨੋ ਸੌਤ ਵਿਧਾਤਾ। ਸਗਲ ਸਮੂਹ ਲੈ ਉਧਰੇ ਨਾਨਕ, ਪੂਰਨ ਬ੍ਰਹਮ ਪਛਾਤਾ। ਦੇਵ ਗੰਧਾਰੀ ਮਹੱਲਾ ਪੰਜਵਾ। ਮਾਈ ਗੁਰ ਬਿਨ ਗਿਆਨ ਨਾ ਪਾਈਐ, ਅਨੇਕ ਪ੍ਰਕਾਰ ਫਿਰਤ ਬਿਲ ਲਾਤੇ। ਮਿਲਤ ਨਹੀਂ ਗੋਸਾਈਐ ਰਹਾਉ। ਮੋਹ ਰੋਗ ਸੋਗ ਤਨ ਬਾਧਿਓ, ਬਹੁ ਜੋਨੀ ਪਰਮਾਈਐ। ਟਿਕਨ ਨਾ ਪਾਵੈ ਬਿਨ ਸਤ ਸੰਗਤ, ਕਿਸ ਆਗੈ ਜਾਇ ਰੁਆਈਐ। ਕਰੈ ਅਨੁਗ੍ਰਹ ਸੁਆਮੀ ਮੇਰਾ, ਸਾਧ ਚਰਨ ਚਿਤ ਲਾਈਐ। ਸੰਕਟ ਘੋਰ ਕੱਟੇ ਖਿਨ ਭੀਤਰ, ਨਾਨਕ ਹਰ ਦਰਸ ਸਮਾਈਐ। ਦੇਵ ਗੰਧਾਰੀ ਮਹੱਲਾ ਪੰਜਵਾ। ਠਾਕੁਰ ਹੋਏ ਆਪ ਦਇਆਲ, ਭਈ ਕਲਿਆਣ ਆਨੰਦ ਰੂਪ ਹੋਈ ਹੈ। ਉਬਰੇ ਬਾਲ ਗੋਪਾਲ ਰਹਾਉ। ਦੋਏ ਕਰ ਜੋੜ ਕਰੀ ਬੇਨੰਤੀ, ਪਾਰ ਬ੍ਰਹਮ ਮਨ ਧਿਆਇਆ। ਹਾਥ ਦੇ ਰਾਖੇ ਪਰਮੇਸ਼ਵਰ, ਸਗਲਾ ਦੁਰਤ ਮਿਟਾਇਆ। ਵਰ ਨਾਰੀ ਮਿਲ ਮੰਗਲ ਗਾਇਆ, ਠਾਕੁਰ ਕਾ ਜੈਕਾਰ। ਕਹੋ ਨਾਨਕ ਜਨ ਕਉ ਬਲ ਜਾਈਐ, ਜੋ ਸਭਨਾ ਕਰੇ ਉਧਾਰ। ਇਹ ਸ਼ਬਦ ਪਿੱਛੇ ਗੂਜਰੀ ਰਾਗ ਦੇ ਵਿੱਚ ਵੀ ਆਇਆ ਹੈ। ਉੱਥੇ ਨਾਲੋਂ ਜੋ ਇੱਥੇ ਦੇ ਪਾਠ ਦੇ ਭੇਦ ਹਨ, ਇਹ ਅਗਲੇ ਸਮੇਂ ਦੇ ਵਿੱਚ ਦਾਸ ਬੇਨਤੀ ਕਰੇਗਾ। ਹੁਣ ਆਪਾਂ ਕੁਝ ਸਮੇਂ ਵਾਸਤੇ, ਸੋ ਇਹ ਜੋ ਵਿਸਰਾਮ ਵਾਸਤੇ ਸਮਾਂ ਹੈ, ਸੰਗਤਾਂ ਦੇ ਜਲ ਪਾਣੀ ਛਕਣ ਲਈ, ਸਰੀਰਕ ਕਿਰਿਆ ਸਾਧਨ ਵਾਸਤੇ ਤਕਰੀਬਨ 20 ਮਿੰਟ ਦੀ ਬ੍ਰੇਕ ਹੈ। 7 ਵਜੇ ਫੇਰ ਆਰੰਭ ਕਰਾਂਗੇ। ਆਓ ਪੰਗਤੀਆਂ ਪੜ੍ਹ ਕੇ ਫਤਿਹ ਬੁਲਾਈਏ ਜੀ। ਵਰ ਨਾਰੀ ਮਿਲ ਮੰਗਲ ਗਾਇਆ, ਠਾਕੁਰ ਕਾ ਜੈਕਾਰ। ਕਉ ਨਾਨਕ ਜਨ ਕਉ ਬਲ ਜਾਈਐ, ਜੋ ਸਭਨਾ ਕਰੇ ਉਧਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।